वाहेगुरु जी का खालसा वाहेगुरु जी की फतेह। सतगुरां दी पावन हजूरी विच दूरों नेड़ियों चल करके संध्या दे दीवाना दियां हाजरियां भरते हुए समय ते सवासां नूं सफला बना रहे हो। चल रहे सतगुरां दे पावन जीवन कथा दे प्रवाहां विचों आप जी ने सरवण कीता सी। जिस वेले लड़कियां ने जाके राजे शिवनाभ नूं रात दी वारता दसी, जिन्हां नूं डलाउण वास्ते असी गईयां सी, उन्हां ने सानू भी डोलण तो हटा दिता है। राजन वो पूरे साधु संत तपस्वी हन। इहो ही ने गुरु नानक साहिब जदों उन्हां बच्चियां दी जुबानों ये सब कुछ सुनिया, राजा शिवनाभ नंगे पैर मिलण वास्ते हरे भरे बाग विच आया। दीन दुनिया दे मालक सतगुरां ने राजे नूं वेख के पिठ कर लई। 7.5 घंटे राजा शिवनाभ हथ जोड़ के चुपचाप खड़ा रहा। एडी लंबी परख तो बाद गुरु साहब पुछदे ने, राजन की हाल है तेरा? जो मंगना चाहुंदा है मंग लै। राजे ने फिर लिखिया, सिरनावा पढ़िया जो भाई मनसुख शाहूकार ने लिखवाया सी। अपने मन की तसल्ली करना चाहुंदा है भी ये गुरु नानक साहब महाराज वेदियां दी वंश वाले ही ने। करामातां ते बड़ियां वेख लईयां। इत्थों तक आप जियां ने चल रही कथा का आनंद माणिया सी। आओ जी कुछ समा मन चित बिरतियां नूं एकाग्र चित बनाइए। पाओ प्रेम दी सांझ। गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। मन अब लख कहूँ सब पाछे, जब मैं जान लियूं विद्या अच्छे। दीन दुनिया दे मालक ब्रह्मंडां दे स्वामी गुरु नानक पातशाह जी, जिन्हां दी पावन कथा गुरु अंगद देव साहब जियां दे दरबार विच भाई बाला जी आप सुना रहे ने, जो उन्हां दे नाल बीती है, अखी वेखी है। जदों गुरुदेव सतगुरां ने खुश होके आखिया, राजिया मुख तो मंग लै, तेरे दिल की इच्छा की है? राजा कहंदा जी मंगां ते बाद दीयां गल्लां ने। मैं जिन्हों अपना सज्जन बनाया उन्होंने परख ते लवां होई है। जे मैं गलती नाल किसी होर कोलों मंग लिया, मेरा सच्चा सज्जन रुस जाएगा। मैनू मेरे अंदर दी एक तसल्ली कर लैण दिओ। जे वो तसल्ली हो गई, फिर मैं अपने मन की चाहत भी
ਤੁਹਾਡੇ ਸਨਮੁਖ ਰੱਖਾਂਗਾ। ਸੁਣ ਕਰ ਸ੍ਰੀ ਨਾਨਕ ਜਗ ਸਾਈ, ਸ੍ਰੀ ਮੁਖ ਸੋ ਸਭ ਗਿਰ ਆਲਾਈ। ਸਤਿਗੁਰਾਂ ਨੂੰ ਪੁੱਛਣਾ ਚਾਹੁੰਦਾ ਰਾਜਾ, ਤੁਸੀਂ ਕੌਣ ਹੋ? ਪਿੰਡ ਸ਼ਹਿਰ ਕਿਹੜਾ ਹੈ? ਨਾਮ ਤੇ ਨਾਨਕ ਹੈ, ਕੁੱਲ ਕਿਹੜੀ ਹੈ? ਆਪ ਨਹੀਂ ਰਾਜੇ ਨੇ ਕੁਝ ਦੱਸਿਆ, ਉਹ ਪੜ੍ਹ ਲੈਂਦਾ ਏ ਤੇ ਪੁੱਛਦਾ ਹੈ। ਸਹਿਜ ਸੁਭਾਅ ਗੁਰੂ ਪਾਤਸ਼ਾਹ ਨੇ ਭਾਈ ਮਰਦਾਨਾ ਜੀ ਨੂੰ ਆਵਾਜ਼ ਦਿੱਤੀ, ਮਰਦਾਨਿਆਂ ਬਾਣੀ ਆਈ ਹੈ। ਰਾਜੇ ਨੂੰ ਸੰਬੋਧਨ ਕਰਕੇ ਜੋ ਅੰਮ੍ਰਿਤ ਬਚਨ ਸ਼੍ਰੀ ਮੁਖ ਵਾਕ ਗੁਰੂਦੇਵ ਆਖ ਰਹੇ ਨੇ ਨਾ, ਅੱਜ ਵੀ ਧੁਰ ਕੀ ਬਾਣੀ 'ਚ ਸੁਭਾਏ ਮਾਨ ਹੈ। ਬੜੀ ਵਾਰ ਆਪਾਂ ਨੇ ਪੜ੍ਹਿਆ ਹੋਣਾ, ਸੁਣਿਆ ਹੋਣਾ, ਪਰ ਜਦੋਂ ਤੱਕ ਉਥਾਨਕਾ ਦਾ ਪਤਾ ਨਾ ਲੱਗੇ ਉਦੋਂ ਤੱਕ ਗੱਲ ਜੀ ਨਹੀਂ ਬਣਦੀ ਵੀ ਕਿਹੜਾ ਸ਼ਬਦ ਕਦੋਂ ਕਿੱਥੇ ਕਿਸ ਲਈ ਉਚਾਰਿਆ ਹੈ। ਚੌਂਕੜਾ ਲੱਗਿਆ ਸਾਹਿਬਾਂ ਦਾ। ਭਾਈ ਮਰਦਾਨਾ ਜੀ ਨੇ ਰਵਾਬ ਦੀਆਂ ਸੁਰਾਂ ਛੇੜੀਆਂ ਨੇ। ਜਗਤ ਗੁਰੂ ਗੁਰੂ ਪ੍ਰੀਤਮ ਗੁਰੂ ਨਾਨਕ ਸਾਹਿਬ ਜੀਆਂ ਨੇ ਨੇਤਰ ਬੰਦ ਕੀਤੇ ਨੇ। ਸ੍ਰੀ ਮੁਖ ਵਾਕ ਮਾਰੂ ਮਹੱਲਾ ਪਹਿਲਾ। ਸ਼੍ਰੀ ਮੁਖ ਵਾਕ ਮਾਰੂ ਮਹੱਲਾ ਪਹਿਲਾ। ਰਾਗ ਮਾਰੂ ਸੰਧਿਆ ਦੇ ਵੇਲੇ ਗਾਇਆ ਜਾਂਦਾ ਹੈ। ਸਾਰਾ ਦਿਨ ਬਤੀਤ ਹੋ ਗਿਆ। ਮੁਖਾਰ ਬਿੰਦ ਤੋਂ ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲੇ ਘਰ ਸੁਰਤਾਲ ਵਿੱਚ ਸ਼ਬਦ ਨੂੰ ਗਾਉਂਦੇ ਨੇ। ਪਹਿਲੇ ਪਾਤਸ਼ਾਹ ਮਾਰੂ ਰਾਗ ਵੈਰਾਗ ਦਾ ਰਾਗ ਹੈ, ਸੂਰਮਿਆਂ ਦਾ ਰਾਗ ਹੈ, ਯੋਧਿਆਂ ਦਾ ਰਾਗ ਹੈ। ਤੇ ਗੁਰੂ ਸਾਹਿਬ ਜੀ ਨੇ ਮਨ ਦੇ ਪਰਥਾਏ ਇਸ ਰਾਗ ਦੇ ਵਿੱਚ ਉਚਾਰਨ ਕੀਤਾ, ਕਿਉਂਕਿ ਹਰ ਰਾਗ ਦੀ ਕੋਈ ਨਾ ਕੋਈ ਵਜ੍ਹਾ ਹੈ। ਕਿਸ ਰਾਗ ਵਿੱਚ ਕਿਹਨੂੰ ਕਿਹਦੇ ਪਰਥਾਏ ਜ਼ਿਆਦਾਤਰ ਉਲੀਕਿਆ ਜਾਂਦਾ ਹੈ। ਸਾਹਿਬਾਂ ਨੇ ਆਪਣੀ ਰਸਨਾ ਤੋਂ ਫਿਰ ਅੰਮ੍ਰਿਤ ਬਚਨ ਆਖੇ। ਰਾਜਾ ਹੱਥ ਜੋੜ ਸਾਹਮਣੇ ਖੜੇ ਹੈ ਤੇ ਖੜੇ ਹੋਏ ਨੇ ਨੇਤਰ ਬੰਦ ਕਰ ਲਏ। ਐਸੀ ਮਿੱਠੀ ਆਵਾਜ਼ ਕੰਨਾਂ ਵਿੱਚ ਰਸ ਘੋਲਦੀ। ਗੁਰੂ ਸਾਹਿਬ ਜੀ ਉੱਚੀ ਗਾ ਰਹੇ, ਬਹੁਤ ਉੱਚੀ ਆਵਾਜ਼ ਸੀ ਗੁਰੂ ਨਾਨਕ ਸਾਹਿਬ ਜੀ ਦੀ। ਜਦੋਂ ਮੇਰੇ ਬਾਬਾ ਜੀ ਗਾਉਂਦੇ ਆ ਨਾ, ਦੂਰ ਦੂਰ ਜੰਗਲਾਂ ਦੇ ਪਰਿੰਦੇ ਖੰਭ ਮਾਰਨੋਂ ਹਟ ਜਾਂਦੇ, ਜੰਗਲੀ ਜਾਨਵਰ ਸ਼ਾਂਤ ਹੋ ਕੇ ਬੈਠ ਜਾਂਦੇ ਨੇ। ਏਡੀ ਰਸ ਭਰੀ ਤੇ ਉੱਚੀ ਆਵਾਜ਼ ਹੈ। ਸੁਭਾਵਿਕ ਰਸਨਾ ਤੋਂ ਸਤਿਗੁਰਾਂ ਨੇ ਅੰਮ੍ਰਿਤ ਬਚਨ ਗਾਇਆ ਏ। ਜੋਗੀ ਜੁਗਤ ਨਾਮ ਨਿਰਮਲ। ਇਸ ਬਚਨ ਵਿੱਚ ਸਾਹਿਬ ਕਥਨ ਕਰਦੇ ਨੇ, ਜੋਗੀ ਜੁਗਤ ਨਾਮ ਨਿਰਮਾਇਲ। ਜੋਗੀ ਕਿਹਨੂੰ ਕਹਿੰਦੇ ਆ? ਸਮਾਜਿਕ ਤੌਰ ਤੇ ਜੋਗੀ ਉਹਨੂੰ ਮੰਨਿਆ ਜਾਂਦਾ ਜਿਹੜਾ ਯੋਗ ਕਰਦਾ ਹੈ, ਯੋਗ ਕਮਾਇਆ ਹੋਵੇ। ਯੁਗਤ ਕਹਿੰਦੇ ਯੋਗ ਦੀਆਂ ਜੁਗਤੀਆਂ ਦੇ ਨਾਲ ਮਨ ਨਿਰਮਲ ਨਹੀਂ ਹੁੰਦਾ, ਪਰ ਜਿਨ੍ਹਾਂ ਨੇ ਮਨ ਦਾ ਯੋਗ ਕਮਾਇਆ ਨਾ, ਉਹਨਾਂ ਨੇ ਨਾਮ ਦੇ ਨਾਲ ਮਨ ਨਿਰਮਲ ਕੀਤਾ। ਨਾਮ ਨਿਰਮਾਇਲ, ਕਿਉਂਕਿ ਮਨ ਦਾ ਵਿਸ਼ਾ ਸ਼ਬਦ ਹੈ। ਮਨ ਨੂੰ ਕੋਈ ਚੀਜ਼ ਸੁੱਚਿਆ ਨਹੀਂ ਬਣਾ ਸਕਦੀ, ਨਾ ਪਾਣੀ ਬਣਾਵੇ ਨਾ ਸੈਨੀਟਾਈਜ਼ਰ। ਮਨ ਜਦ ਵੀ ਸੁੱਚਾ ਹੋਣਾ, ਵਿਚਾਰਾਂ ਕਰਕੇ ਹੋਣਾ। ਮਨ ਵੀ ਸੁੱਚਾ ਜਦ ਹੋਏਗਾ, ਸ਼ਬਦ ਕਰਕੇ ਹੋਏਗਾ। ਗੁਰੂ ਸਾਹਿਬ ਕਹਿੰਦੇ ਇਹ ਨਾਮ ਕਰਕੇ ਮਨ ਨਿਰਮਲ ਹੁੰਦਾ ਹੈ। ਵੱਡੇ ਵੱਡੇ ਜੋਗੀ ਨਾਮ ਤੋਂ ਬਿਨਾ ਜਗ ਤੇ ਹਾਰ ਕੇ ਗਏ ਨੇ। ਤਾਂ ਕੈ ਮੈਲ ਨ ਰਾਤੀ। ਤਾਂ ਕੈ ਮੈਲ ਨ ਰਾਤੀ। ਤਾਂ ਕੈ ਕਹੀਏ ਉਹਨਾਂ ਦੇ ਅੰਦਰ ਰੱਤੀ ਮਾਤਰ ਵੀ ਮੈਲ ਨਹੀਂ ਰਹਿੰਦੀ, ਜਿਨ੍ਹਾਂ ਨੇ ਨਾਮ ਕਰਕੇ ਜੀਵਨ ਨੂੰ ਧਿਆਇਆ ਏ, ਨਾਮ ਦੀ ਅਰਾਧਨਾ ਕੀਤੀ ਹੈ। ਜੋਗੀ ਜੁਗਤੀਆਂ ਕਰਦੇ ਨੇ ਜੀ, ਆਸਣ ਲਾਉਂਦੇ ਆ। ਬਾਣੀ ਨੇ ਸਪਸ਼ਟ ਕਹਿ ਦਿੱਤਾ, ਜੋਗ ਸਿੱਧ ਆਸਣ 84 ਇਹ ਪੀ ਕਰ ਕਰ ਰਹਿਆ। ਵੱਡੀ ਆਰਜਾ ਫਿਰ ਜਨਮੈ ਹਰ ਸਿਓ ਸੰਗ ਨਾ ਗਹਿਆ। ਕਹਿੰਦੇ ਵੱਡੇ ਵੱਡੇ ਜੋਗੀਆਂ ਨਾਲ ਬਹਿ ਕੇ ਜੁਗਤਾਂ ਕਮਾਈਆਂ, ਰੱਬ ਨਹੀਂ ਮਿਲਿਆ। ਲੰਬੀਆਂ ਉਮਰਾਂ ਵੀ ਵਧਾ ਲਈਆਂ, ਪਰ ਰੱਬ ਦਾ ਸੰਗ ਕਿਸੇ ਨੂੰ ਨਹੀਂ ਮਿਲਿਆ। ਸਤਿਗੁਰ ਕਿਸ ਯੋਗੀ ਦੀ ਗੱਲ ਕਰਦੇ ਆ? ਯੋਗ ਸ਼ਬਦ ਦਾ ਅਰਥ ਸੰਸਕ੍ਰਿਤ ਵਿੱਚ ਹੁੰਦਾ ਜੁੜਨਾ, ਜੋੜ ਦੇਣਾ ਆਪਣੇ ਆਪ ਨੂੰ। ਇੱਥੇ ਤੇ ਵਾਚਕ ਹੈ ਮਨ ਦਾ। ਜੋਗੀ ਜੁਗਤ ਨਾਮ ਨਿਰਮਾਇਲ। ਸਤਿਗੁਰ ਕਹਿੰਦੇ ਜਿਨ੍ਹਾਂ ਦਾ ਮਨ ਨਿਰਮਲ ਹੋ ਗਿਆ, ਉਹਨਾਂ ਦੇ ਅੰਦਰ ਰੱਤੀ ਮਾਤਰ ਵੀ ਮੈਲ ਨਹੀਂ ਰਹਿੰਦੀ। ਨਿਰਮਲ ਹੁੰਦਾ ਸਵੱਛ।
ਪਵਿੱਤਰ ਪਾਕ, ਕਹਿੰਦੇ ਉਹ ਮੈਲ ਤੋਂ ਰਹਿਤ ਹੋ ਜਾਂਦੇ ਨੇ। ਅੰਦਰ ਦੇ ਵਿਕਾਰ ਉਹਨਾਂ ਦੇ ਝੜ ਜਾਂਦੇ ਹਨ। ਪ੍ਰੀਤਮ ਨਾਥ ਸਦਾ ਸਚ ਸੰਗੇ, ਪ੍ਰੀਤਮ ਨਾਥ ਸਦਾ ਸੱਚ ਸੰਗੇ। ਹੁਣ ਇਹ ਨਾਥਾਂ ਦਾ ਪੰਥ ਹੈ, ਯੋਗੀਆਂ ਦਾ। ਕੋਈ ਮਛੰਦਰ ਨਾਥ ਨੂੰ ਮੰਨਦਾ, ਕੋਈ ਗੋਰਖਨਾਥ ਨੂੰ। ਮਰਦ ਕਹਿੰਦੇ ਸਾਡਾ ਨਾਥ ਉਹ ਪ੍ਰੀਤਮ ਹੈ ਜੋ ਸਦਾ ਹੀ ਸੰਗੇ ਨਾਲ ਰਹਿੰਦਾ ਏ। ਸਦਾ ਅੰਗ ਸੰਗੇ ਆਪੰਗੰਗ ਵਿਭੂਤੇ, ਤੂੰ ਮੇਰਾ ਰਾਖਾ ਸਭਨੀ ਥਾਈ, ਤਾ ਪਾਉ ਕਿਹਾ ਕਾੜਾ ਜੀਓ। ਮੇਰਾ ਤੇ ਸਾਥੀ ਪ੍ਰੀਤਮ ਉਹ ਨਾਥ ਹੈ। ਨਾਥ ਕਹਿੰਦੇ ਆ ਮਾਲਕ ਨੂੰ, ਜਿਹਨੇ ਸਾਰੀ ਸ੍ਰਿਸ਼ਟੀ ਦੇ ਨੱਕ ਦੇ ਵਿੱਚ ਨੱਥ ਪਾਈ ਹੈ ਕਰਮਾਂ ਦੀ। ਮੌਤ ਤੇ ਸਵਾਸ ਲਿਖੇ ਨੇ ਨੱਥ ਪਾ ਕੇ। ਅਸਲ ਨਾਥ ਤੇ ਉਹੀ ਹੈ ਜਿਹਨੂੰ ਕਹਿੰਦੇ ਅਨਾਥਾ ਨਾਥ। ਗੁਰੂ ਸਾਹਿਬ ਕਹਿੰਦੇ ਉਹ ਤੇ ਸਦਾ ਸਾਡੇ ਸੰਗ ਹੈ, ਸਦਾ ਸਾਡੇ ਨਾਲ ਹੈ। ਜਨਮ ਮਰਨ ਗਤ ਬੀਤੇ, ਹੁਣ ਤੇ ਸਾਡੇ ਜੀਵਨ ਦੀ ਜਨਮ ਮਰਨ ਗਤ ਬੀਤੀ। ਗਤ ਨਾ ਮੈਂ ਡਰਦਾ, ਕਹਿੰਦੇ ਨਾ ਜੰਮਣ ਦਾ ਮਰਨ ਡਰ ਤੇ ਨਾ ਮਰਨ ਦਾ ਖੌਫ। ਦੁਨੀਆ ਨੂੰ ਜੰਮਣ ਦਾ ਵੀ ਡਰ ਹੈ ਤੇ ਮਰਨ ਦਾ ਵੀ ਖੌਫ ਹੈ। ਜਨਮ ਮਰਨ ਗਤ ਬੀਤੀ, ਬੀਤ ਗਈ ਹੈ। ਕਹਿੰਦੇ ਹੁਣ ਡਰ ਡਰ ਨਹੀਂ ਲੱਗਦਾ ਕਿਸੇ ਤੋਂ। ਇਸੇ ਕਰਕੇ ਰੱਬ ਦੇ ਪਿਆਰੇ ਕਹਿੰਦੇ ਕਬੀਰ ਮੋਹੇ ਮਰਨੇ ਕਾ ਚਾਓ ਹੈ। ਚਾਹ ਕਿਉਂ ਹੈ? ਕਿਉਂਕਿ ਡਰ ਨਹੀਂ ਹੈ। ਡਰਿਆ ਹੋਇਆ ਬੰਦਾ ਡਰ ਡਰ ਕੇ ਕੰਮ ਕਰਦਾ, ਹਾਏ ਮੇਰਾ ਨੁਕਸਾਨ ਨਾ ਹੋ ਜਾਏ, ਮੇਰੀ ਜਾਨ ਨਾ ਚਲੀ ਜਾਏ, ਬਿਮਾਰ ਨਾ ਹੋ ਜਾ। ਪਰ ਬੇਪਰਵਾਹ ਹੁੰਦਾ ਏ, ਉਹ ਕਹਿੰਦਾ ਮੈਨੂੰ ਕੋਈ ਪਰਵਾਹ ਨਹੀਂ, ਮੈਂ ਜ਼ਮਾਨੇ ਦੀ ਸੇਵਾ ਕਰਨੀ, ਕੁਝ ਹੋ ਵੀ ਗਿਆ ਤੇ ਕੀ। ਕਰੋਨਾ ਕਾਲ ਵਿੱਚ ਬੜੇ ਲੋਕ ਸੀ ਜਿਨ੍ਹਾਂ ਲੋਕਾਂ ਦੀ ਜਾਨ ਬਚਾਉਣਾ ਆਪਣਾ ਜੀਵਨ ਦਾ ਮਕਸਦ ਸਮਝਿਆ। ਬੜੇ ਉਹ ਵੀ ਸੀ ਆਪਣਿਆਂ ਨੂੰ ਵੀ ਨਫ਼ਰਤ ਕਰਦੇ ਸੀ। ਉਹ ਘਰ ਤੋਂ ਬਾਹਰ ਨਾ ਜਾਇਓ, ਅੰਦਰ ਨਾ ਆਇਓ। ਫਰਕ ਆ। ਜਿਹਨੇ ਮੌਤ ਦਾ ਡਰ ਲਾ ਦਿੱਤਾ, ਕਹਿੰਦੇ ਉਹ ਜਨਮ ਮਰਨ ਗਤ ਬੀਤੀ। ਕਿਉਂ ਬੀਤ ਗਈ ਗਤ? ਕਿਉਂਕਿ ਮਨ ਜਾਣ ਗਿਆ ਮੈਂ ਨਿਰਮਲ ਹੋ ਗਿਆ, ਉਜਲਾ ਹੋ ਗਿਆ, ਮੇਰੇ ਵਿੱਚ ਮੈਲ ਕੋਈ ਨਹੀਂ। ਇਸ ਮੈਲ ਕਰਕੇ ਤੇ ਜੰਮਣਾ ਮਰਨਾ ਸੀ। ਸਾਹਿਬ ਕਹਿੰਦੇ ਰਾਜਨ ਮਨ ਸਾਡਾ ਹਰਿਆ ਬਾਗ ਹੋ ਗਿਆ, ਅੰਦਰੋਂ ਖਿੜਿਆ ਹੋਇਆ ਏ। ਚੌਪਈ ਸਮਝ ਭੂਪ ਕਛਿਓਰ ਰੀਤੀ, ਬੋਲਿਓ ਬਹਰ ਬੂਝਨੇ ਪ੍ਰੀਤੇ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਰਾਜਾ ਕੁਝ ਹੋਰ ਸਮਝ ਗਿਆ। ਦੇਖੋ ਸ਼ਬਦ ਬਾਣੀ ਵਿੱਚ ਕਿੱਡਾ ਵੱਡਾ ਹੈ। ਸਵਾਲ ਜਵਾਬ ਨੇ ਨਾ ਇੱਥੇ ਲਿਖੇ ਹੋਏ ਆ, ਕਿਹੜੀ ਪੰਕਤੀ ਕਿਹੜੇ ਸ਼ਬਦ ਦਾ ਜਵਾਬ ਹੈ। ਰਾਜੇ ਨੂੰ ਲੱਗਿਆ ਵੀ ਇਹ ਗੁਰੂ ਨਾਨਕ ਸਾਹਿਬ ਨਹੀਂ, ਇਹ ਤੇ ਕੋਈ ਜੋਗੀ ਨੇ। ਕਿਉਂਕਿ ਜੋਗੀ ਕਰਾਮਾਤੀ ਹੁੰਦੇ ਆ, ਸਿੱਧ ਕਰਾਮਾਤੀ ਨੇ। ਜਦੋਂ ਇਹ ਜੋਗੀਆਂ ਦੀ ਗੱਲ ਕਰਦੇ ਆ, ਜੋਗੀ ਜੁਗਤ ਨਾਮ ਨਿਰਮਾਇਲ, ਇਹ ਤੇ ਕਹਿੰਦੇ ਆ ਮਨ ਨਿਰਮਲ ਹੋਣਾ ਚਾਹੀਦਾ ਤੇ ਜੋਗੀਆਂ ਦਾ ਪੰਥ ਹੈ। ਰਾਜੇ ਨੂੰ ਇਸ ਗੱਲ ਦਾ ਭੁਲੇਖਾ ਲੱਗ ਗਿਆ। ਉਹ ਪੁੱਛਣਾ ਚਾਹੁੰਦਾ ਹੈ ਕਿਉਂਕਿ ਉਹਦੀ ਕਾਪੀ ਲਿਖਦੀ ਹੈ ਵੀ ਇਹ ਤੇ ਬੇਦੀ ਵੰਸ਼ ਹੈ। ਗੁਰੂ ਨਾਨਕ ਸਾਹਿਬ ਬੇਦੀਆਂ ਦੀ ਵੰਸ਼, ਖੱਤਰੀਆਂ ਦੀ ਜਾਤੀ 'ਚ ਪੈਦਾ ਹੋਏ ਆ, ਪਰ ਇਹ ਤੇ ਕੋਈ ਜੋਗੀ ਨੇ, ਯੋਗ ਦੀਆਂ ਗੱਲਾਂ ਕਰਦੇ ਆ। ਯੋਗੀ ਕੌਣ ਨੇ ਜੀ? ਜਿਹੜੇ ਕੰਨ ਪਾੜੀ ਫਿਰਦੇ ਮੁੰਦਰਾਂ ਪਾ ਕੇ, ਘਰ-ਬਾਰ ਤਿਆਗਿਆ ਹੋਇਆ, ਆਪਣਾ ਬੇਗਾਨਾ ਜਿਨ੍ਹਾਂ ਦਾ ਕੋਈ ਨਹੀਂ, ਕਿਸੇ ਨਾਲ ਕੋਈ ਮਤਲਬ ਹੀ ਨਹੀਂ, ਆਪਣੇ ਬਾਰੇ ਸੋਚਣਾ। ਉਹ ਇਹ ਸੋਚਦਾ ਬੈਠਾ ਰਾਜਾ ਵੀ ਜਿਨ੍ਹਾਂ ਨਾਲ ਮੈਂ ਸਵਾਲ ਜਵਾਬ ਕਰਦਾ ਇਹ ਕੋਈ ਨਾਥ ਤੇ ਨਹੀਂ, ਜੋਗੀ ਤੇ ਨਹੀਂ, ਕਿਤੇ ਮਛੰਦਰ ਨਾਥ, ਗੋਰਖਨਾਥ ਉਹਨਾਂ ਚੋਂ ਕੋਈ ਆ ਕੇ ਬੈਠਾ ਹੋਵੇ। ਜੋਗੀ ਰੂਪ ਆਪ ਕੋ ਅਹੈ, ਅਸ ਸੁਣ ਪੁਨ ਸ਼੍ਰੀ ਨਾਨਕ ਕਹੈ। ਕਹਿੰਦਾ ਐ ਮਹਾਤਮਾ ਜੀ ਤੁਹਾਡਾ ਜੋਗੀਆਂ ਦਾ ਲਿਵਾਸ ਹੈ, ਕਿਉਂਕਿ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਜੀਵਨ ਵਿੱਚ ਭਗਵੇ ਬਾਣੀ ਦਾ ਵਿਰੋਧ ਕੀਤਾ, ਪਰ ਪਾ ਕੇ ਵੀ ਭਗਵਾਈ ਰੱਖੇ। ਪੜ੍ਹ ਲਿਓ ਇਤਿਹਾਸ, ਪਾਇਆ ਵੀ ਹੈ, ਵਿਰੋਧ ਵੀ ਕੀਤਾ। ਵਿਰੋਧ ਕਿਉਂ? ਪਖੰਡ ਨੂੰ ਕੱਟਣ ਵਾਸਤੇ ਪਖੰਡ ਦਾ ਸਹਾਰਾ ਲੈ ਕੇ ਉਹਨੂੰ ਪਾੜਿਆ। ਹੁਣ ਜਿੱਥੇ ਜੋਗੀ ਬੈਠੇ ਉਹ ਬੈਠਣ ਦਿੰਦੇ ਸੀ ਕਿਸੇ ਨੂੰ? ਜੋਗੀਆਂ 'ਚ ਜੋਗੀਆਂ ਦੇ ਕੱਪੜੇ ਪਾ ਕੇ ਬਹਿਣਾ ਪੈਂਦਾ ਸੀ, ਉਹੋ ਜਿਹੇ ਵਸਤਰ ਪਾ ਕੇ ਜਾਂਦੇ ਸੀ। ਗੁਰੂ ਸਾਹਿਬ ਨੂੰ ਆਖਣ ਲੱਗਿਆ, ਕਹਿੰਦਾ ਜੀ ਤੁਸੀਂ ਯੋਗੀ ਹੋ, ਕੋਈ ਕਿਸੇ ਯੋਗ ਪੰਥ ਨਾਲ ਜੁੜੇ ਹੋ? ਹੁਣ ਜੋਗੀਆਂ ਦਾ ਸਭ ਤੋਂ ਵੱਡਾ ਪੰਥ ਹੈ ਆਈ ਪੰਥ। ਵੈਸੇ ਤੇ ਇਹਨਾਂ ਦੇ 11-12 ਪੰਥ ਨੇ। ਆਪ ਜਪਜੀ ਸਾਹਿਬ ਵਿੱਚ ਪੜ੍ਹਦੇ ਹੋ ਨਾ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ। ਇੱਥੇ ਆਈ ਪੰਥ ਕਿਹਨੂੰ ਕਿਹਾ? ਆਈ ਅੰਗਰੇਜ਼ੀ ਵਾਲਾ ਥੋੜੀ ਵੀ ਆਈ ਮੈਂ ਨਹੀਂ। ਆਈ ਪੰਥ ਇੱਕ ਜੋਗੀਆਂ ਦਾ, ਸਾਧੂਆਂ ਦਾ ਸਿਰਨਾਵਾ ਹੈ।
ਅੱਜ ਵੀ ਸਾਡੇ ਇਸ ਦੇਸ਼ ਦੇ ਵਿੱਚ ਕਦੇ ਜਾ ਕੇ ਪਤਾ ਕਰੋ ਵੀ ਆਈ ਪੰਥ ਕੌਣ ਹੈ, ਤੁਹਾਨੂੰ ਪਤਾ ਲੱਗੇਗਾ। ਸਨਾਤਨ ਮਤ ਦੇ ਲੋਕਾਂ ਨੇ ਤੁਹਾਨੂੰ ਦੱਸਣਾ ਵੀ ਆਈ ਪੰਥ ਦੇ ਜਿਹੜੇ ਯੋਗੀ ਸਾਧੂ ਬੜੇ ਬੇਪਰਵਾਹ ਹੁੰਦੇ ਆ, ਨਿਡਰ ਹੁੰਦੇ ਆ, ਰੱਬ ਰੱਬ ਕਰਦੇ ਆ। ਪਰ ਮਰਦ ਨੇ ਕਿਹਾ ਮਨ ਜੀਤਾ ਜਗ ਜੀਤ ਮਨ ਜਿੱਤਣਾ ਪੈਣਾ ਹੈ। ਆਖਣ ਲੱਗਿਆ ਫਕੀਰ ਜੀ ਤੁਸੀਂ ਯੋਗੀ ਹੋ, ਕੋਈ ਤਪਸਵੀ ਹੋ, ਕਿਰਪਾ ਕਰਕੇ ਮੈਨੂੰ ਇਹਦੇ ਬਾਰੇ ਦੱਸੋ, ਤੁਹਾਡੀ ਜਾਤ ਕਿਹੜੀ ਹੈ, ਕਰਮ ਕਿਹੜਾ ਹੈ? ਦਿਸਣ ਨੂੰ ਤੇ ਜੋਗੀ ਲੱਗਦੇ ਹੋ, ਭਗਵੇ ਜੇ ਕੱਪੜੇ ਪਾਏ ਹੋਏ ਆ, ਹੱਥ ਵਿੱਚ ਤੁਸੀਂ ਮਾਲਾ ਵੀ ਪਾਈ ਹੈ, ਕੜਾ ਵੀ ਪਾਇਆ ਹੋਇਆ ਹੈ, ਇੱਕ ਬਰਸ਼ਾ ਵੀ ਚੁੱਕਿਆ ਹੋਇਆ ਹੈ, ਇੱਕ ਰਵਾਬੀ ਨਾਲ ਬੈਠਾ ਹੈ, ਇੱਕ ਪਾਸੇ ਭਾਈਵਾਲਾ ਬੈਠਾ ਹੈ। ਰਾਜਾ ਆਪਣੀ ਤਸੱਲੀ ਵਾਸਤੇ ਪੁੱਛਦਾ ਵੀ ਇਹ ਤੇ ਯੋਗ ਮਤ ਦੀਆਂ ਗੱਲਾਂ ਕਰਦੇ ਆ, ਕਿਉਂਕਿ ਹੁਣ ਯੋਗੀ ਸ਼ਬਦ ਆ ਜਿਹੜਾ ਯੋਗਾ ਜਾਂ ਲੋਕ ਕਰਦੇ ਆ, ਕਿਹੜੇ ਪਾਸੇ ਤੁਰੇ ਫਿਰਦੇ ਆ? ਸਿੱਖਾਂ ਨੇ ਆਪਣਾ ਗੱਤਕਾ ਛੱਡਤਾ, ਸਨਾਤਨ ਮਤ ਦਾ ਯੋਗਾ ਚੁੱਕੀ ਫਿਰਦੇ ਆ। ਜਿਸ ਮਰਜ਼ੀ ਨੂੰ ਪੁੱਛੋ ਵੀ ਪੁੱਤਰਾ ਗੱਤਕਾ ਆਉਂਦਾ, ਕਹਿੰਦੇ ਨਾ ਜੀ। ਮਾਰਸ਼ਲ ਆਰਟ ਕਹਿੰਦੇ ਨਾ। ਯੋਗਾ ਗੁਰਦੁਆਰਿਆਂ 'ਚ ਵੀ ਲੋਕ ਬੈਨੀਫਿਟ ਦੱਸਦੇ ਹੋ ਵੀ ਤੁਹਾਡੀ ਮਤ ਨੂੰ ਕੀ ਹੋਇਆ। ਕਦੇ ਮੁਸਲਮਾਨ ਵੜਨ ਦਿੰਦਾ ਕਿਸੇ ਯੋਗੀ ਵਾਲੇ ਨੂੰ ਵੀ ਸਾਡੀ ਆਈ ਮਸਜਿਦ 'ਚ ਕਰਕੇ ਜਾਈ, ਅਗਲਾ ਜੁੱਤੀ ਲਾ ਲੈਂਦਾ। ਸਾਡੇ ਵਾਲੇ ਆ ਕੇ ਜੋ ਮਰਜ਼ੀ ਕਰੀ ਜਾਓ, ਕੋਈ ਰੌਲਾ ਹੀ ਨਹੀਂ ਹੈ। ਯੋਗਾ ਕਰਾਓ, ਯੋਗੀ ਕਰਾਓ, ਜੋ ਮਰਜ਼ੀ ਭਾਵੇਂ ਕੋਈ ਖਾੜੇ ਲਾਓ, ਕੋਈ ਫਰਕ ਹੈ ਕਿਸੇ ਨੂੰ? ਕਿਉਂਕਿ ਹੁਣ ਅਸੀਂ ਨਿਘਾਰ ਵਾਲੇ ਪਾਸੇ ਡਿੱਗਦੇ ਜਾ ਰਹੇ ਹਾਂ। ਰਾਜੇ ਨੇ ਓਬਜੈਕਸ਼ਨ ਕੀਤਾ ਵੀ ਤੁਸੀਂ ਯੋਗੀ ਹੋ, ਮੈਂ ਯੋਗੀਆਂ ਤੋਂ ਕੀ ਲੈਣਾ ਹੈ? ਯੋਗੀ ਤੇ ਕਰਾਮਾਤਾਂ ਕਰਦੇ ਆ, ਰਾਜ ਭਾਗ ਛਡਾ ਦਿੰਦੇ ਆ, ਰੱਬ ਤੇ ਫੇਰ ਨਹੀਂ ਮਿਲਦਾ। ਤੇ ਗੁਰੂ ਬਾਬਾ ਜੀ ਨੇ ਫਿਰ ਸ਼ਬਦ ਦਾ ਅਗਲਾ ਬਚਨ ਜੋ ਰਾਗ ਮਾਰੂ ਚ ਗਾਇਆ ਹੈ, ਉਹ ਉਚਾਰਨ ਕੀਤਾ ਏ। ਗੁਸਾਈ ਤੀਰ ਕਹ ਨਾਮ ਕੈਸੇ ਜਤੀ। ਹੇ ਗੁਸਾਈ ਤੇਰਾ ਕਿਹੜਾ ਨਾਮ ਹੈ ਤੇ ਤੇਰੀ ਜਾਤ ਕੀ ਹੈ? ਗੁਸਾਈ ਕਿਹਨੂੰ ਕਹਿੰਦੇ ਆ? ਉਸ ਪਰਮਾਤਮਾ ਨੂੰ ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ। ਹੱਸ ਕੇ ਆਖਣ ਲੱਗੇ ਸ਼ਬਦ ਗਾਉਂਦੇ, ਰੱਬਾ ਤੇਰੀ ਜਾਤ ਕੀ ਹੈ? ਕਿਉਂਕਿ ਉਹ ਯੋਗੀ ਪੁੱਛਦਾ ਰਾਜਾ ਸਤਿਗੁਰਾਂ ਨੂੰ, ਤੁਸੀਂ ਯੋਗੀ ਹੋ, ਤੁਹਾਡੀ ਜਾਤ ਕੀ ਹੈ? ਮਰਦ ਉਸ ਰੱਬ ਨੂੰ ਪੁੱਛਦੇ, ਕਹਿੰਦੇ ਰੱਬਾ ਤੇਰੀ ਜਾਤ ਕੀ ਹੈ ਤੇ ਤੇਰਾ ਨਾਮ ਕੀ ਹੈ? ਕੋਈ ਤੈਨੂੰ ਪਰਮਾਤਮਾ ਕਹਿੰਦਾ, ਕੋਈ ਦਮੋਦਰ ਕਹਿੰਦਾ, ਕੋਈ ਮਦਸੂਦਨ ਕਹਿੰਦਾ, ਕੋਈ ਤੈਨੂੰ ਰੱਬ ਕਹਿੰਦਾ, ਕੋਈ ਨਿਰੰਕਾਰ ਕਹਿੰਦਾ, ਕੋਈ ਅੱਲਾ ਕਹਿੰਦਾ, ਕੋਈ ਰਾਮ ਕਹਿੰਦਾ। ਤੇਰੀ ਜਾਤ ਕੀ ਹੈ? ਕੋਈ ਕਹਿ ਸਕਦਾ ਵੀ ਰੱਬ ਜੱਟਾਂ 'ਚ ਜੰਮਿਆ ਜਾਂ ਖੱਤਰੀਆਂ 'ਚ ਜੰਮਿਆ? ਨਹੀਂ, ਰੱਬ ਦੀ ਕੋਈ ਜਾਤ ਨਹੀਂ ਹੈ। ਜਾਤਾਂ ਪਾਤਾਂ ਤੋਂ ਉੱਚਾ ਹੈ। ਇਹ ਤੇ ਬ੍ਰਹਮਣ ਦੀ ਦੇਣ ਹੈ, ਜਾਤਾਂ ਪਾਤਾਂ ਰੱਬ ਦੀ ਥੋੜੀ ਹੈ। ਆ ਸਾਡੇ ਵਿੱਚ ਕਿੰਨੀਆਂ ਕੈਟਾਗਰੀਆਂ ਨੇ ਬੰਦਿਆਂ ਦੇ ਵਿੱਚ ਹੀ। ਜਿਹੜੇ ਮਰਜ਼ੀ ਦੇਸ਼ ਵਿੱਚ ਚਲੇ ਜਾਓ, ਤਰ੍ਹਾਂ ਤਰ੍ਹਾਂ ਦੇ ਲੋਕ ਹਨ। ਬੜੇ ਲੋਕ ਇੱਦਾਂ ਦੇ ਵੀ ਜਿਨ੍ਹਾਂ ਨੂੰ ਜਾਤਾਂ ਦਾ ਪਤਾ ਹੀ ਕੋਈ ਨਹੀਂ, ਕੋਈ ਪਤਾ ਨਹੀਂ ਹੈ। ਪਰ ਅਸੀਂ ਜਾਤਾਂ ਦਾ ਮਾਣ ਕਰਦੇ ਹਾਂ। ਉਹ ਗੁਰੂ ਸਾਹਿਬ ਨੂੰ ਪੁੱਛਦਾ ਵੀ ਤੁਹਾਡੀ ਜਾਤ ਕੀ ਹੈ? ਕਿਉਂਕਿ ਇਸ ਦੇਸ਼ 'ਚੋਂ ਗਏ ਆ, ਭਾਰਤ ਵਰਸ਼ 'ਚੋਂ ਗਏ ਆ। ਭਾਰਤ ਇੱਕ ਖੰਡ ਸੀ, ਇਸ ਖੰਡ 'ਚੋਂ ਗੁਰੂ ਸਾਹਿਬ ਗਏ ਆ। ਉਹ ਤਾਂ ਪੁੱਛਦੇ ਆ ਤੁਹਾਡੀ ਜਾਤ ਕੀ ਹੈ? ਗੁਰੂ ਸਾਹਿਬ ਕਹਿੰਦੇ, ਹੇ ਗੁਸਾਈ ਪਰਮਾਤਮਾ ਪਿਆਰਿਆ, ਕੀ ਪੁੱਛਾਂ ਮੈਂ ਤੇਰੇ ਤੋਂ, ਤੇਰੀ ਜਾਤ ਕਿਹੜੀ ਹੈ? ਜਾਤੋ ਭੀਤਰ ਮਹਿਲ ਬੁਲਾਵਹਿ, ਪੁੱਛੋ ਬਾਤ ਨਰੰਤੇ। ਮੈਂ ਤੈਨੂੰ ਪੁੱਛਣਾ ਭੁੱਲ ਜਾਣਾ, ਜਾਤੋ ਭੀਤਰ ਮਹਿਲ ਬੁਲਾਵੇ। ਜਦ ਤੂੰ ਮੈਨੂੰ ਆਪਣੇ ਹਿਰਦੇ ਘਰ ਮਹਿਲ 'ਚ ਬੁਲਾ ਲੈਣਾ ਨਾ, ਮੈਂ ਖੁਸ਼ ਇੰਨਾ ਹੋ ਜਾਣਾ ਵੀ ਮੈਂ ਕਦੇ ਤੇਰੀ ਜਾਤ ਤੇ ਆਪਣਾ ਕਰਮ ਹੀ ਨਹੀਂ ਪੁੱਛਿਆ। ਆਖੋ ਸਤਨਾਮ। ਅਸੀਂ ਦੁਨਿਆਵੀ ਤੌਰ ਤੇ ਜਿਹਨੂੰ ਬਹੁਤਾ ਪਿਆਰ ਕਰਦੇ ਹੋਈਏ ਨਾ, ਬਹੁਤ ਜ਼ਿਆਦਾ, ਬੜਾ ਕੁਝ ਸੋਚੀਦਾ, ਉਹਨੂੰ ਮਿਲਾਂਗੇ, ਆਹ ਪੁੱਛਾਂਗੇ, ਸਾਹਮਣੇ ਜਾਈਦਾ ਭੁੱਲ ਜਾਈਦਾ, ਸਾਰਾ ਕੁਝ ਚੇਤੇ ਹੀ ਨਹੀਂ ਆਉਂਦਾ। ਗੁਰੂ ਨਾਨਕ ਸਾਹਿਬ ਕਹਿੰਦੇ, ਜਦੋਂ ਪ੍ਰੀਤਮਾ ਮੈਂ ਤੇਰੇ ਸੱਚਖੰਡ ਵਿੱਚ ਆਵਾਂ, ਤੇਰੇ ਦਰਬਾਰ ਵਿੱਚ ਆਵਾਂ, ਪੁੱਛੋ ਬਾਤ ਨਿਰੰਤੀ। ਤੂੰ ਮੈਨੂੰ ਇਹੋ ਜਿਹੀਆਂ ਗੱਲਾਂ ਪੁੱਛ ਲੈਣਾ ਤੇ ਮੈਂ ਇਹੋ ਜਿਹੀਆਂ ਗੱਲਾਂ ਕਰਦਾ, ਨਿਰੁੱਤਰ ਹੋ ਜਾਣਾ, ਯਾਦ ਹੀ ਨਹੀਂ ਆਉਂਦਾ ਕੁਛ। ਕਿਉਂਕਿ ਉੱਥੇ ਤੂੰ ਤੇ ਮੈਂ, ਉੱਥੇ ਮੈਂ ਮੁੱਕ ਜਾਂਦੀ, ਬਸ ਤੂੰ ਰਹਿ ਜਾਂਦਾ। ਮੇਰਾ ਤੇ ਹੁੰਦਾ ਹੀ ਕੁਛ ਨਹੀਂ ਉੱਥੇ। ਜੇ ਮੈਂ ਹੋਵੇ ਤੇ ਮੈਂ ਪੁੱਛਾਂ ਤੇਰੀ ਜਾਤ ਕੀ, ਤੇਰਾ ਧਰਮ ਕੀ, ਤੇਰਾ ਗੋਤ ਕੀ, ਤੇਰਾ ਨਾਂ ਕੀ, ਤੇਰਾ ਪਿੰਡ ਕੀ, ਤੇਰਾ ਗ੍ਰਾਂ ਕੀ। ਬੜੇ ਆਨੰਦ ਵਿੱਚ ਸਤਿਗੁਰ ਗਾਉਂਦੇ ਆ, ਕਹਿੰਦੇ ਰੱਬਾ ਮੇਰੇ ਆ, ਜਦੋਂ ਤੇਰੇ ਮਹਿਲ ਵਿੱਚ ਆਈਦਾ ਨਾ, ਮਹਿਲ ਸੁਰਤ ਹਿਰਦੇ ਦੀ ਵਾਸਤਾ। ਇਹ ਕੋਈ ਉਹ ਨਹੀਂ ਵੀ ਸੱਚਖੰਡ ਕਿਤੇ ਬਿਲਡਿੰਗ ਦਾ ਬਣਿਆ ਉੱਥੇ ਆ, ਉਹ ਤੇ ਅੰਦਰ ਦੀ ਅਵਸਥਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉਸ ਅਵਸਥਾ ਦੇ ਵਿੱਚ, ਚੌਥੇ ਘਰ ਦੇ ਵਿੱਚ ਜਦੋਂ ਅਸੀਂ ਜਾਂਦੇ ਆ ਨਾ, ਉਹ ਚੌਥਾ ਘਰ ਕਿਹੜਾ? ਸਾਰਾ ਬ੍ਰਹਿਮੰਡ ਜੀ 'ਚ ਸਮਾਇਆ ਹੋਇਆ। ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਗਰੀਬ ਨਵਾਜ਼ ਸਤਿਗੁਰਾਂ ਦਾ ਬਚਨ ਸੀ, ਕਹਿੰਦੇ ਅਸੀਂ ਉੱਥੇ ਜਾ ਕੇ ਪੁੱਛੀਏ ਕੀ? ਤੇਰੇ ਸਾਹਮਣੇ ਬਾਤਾਂ ਯਾਦ ਨਹੀਂ ਆਉਂਦੀਆਂ, ਨਿਰਉੱਤਰ ਹੋ ਜਾਈਦਾ ਏ। ਚੋਪਈ ਅਸ ਸੁਣ ਬੋਲਿਓ ਬੋਹਰ ਰਜਾਨਾ,
ਸਮਝਤ ਕਛੂ ਆਨ ਤੇ ਆਨਾ। ਜਦੋਂ ਸਤਿਗੁਰਾਂ ਦੇ ਬਚਨਾਂ ਨੂੰ ਸੁਣਿਆ ਰਾਜਾ ਸ਼ਿਵਨਾਭ ਬੜਾ ਹੈਰਾਨ ਹੋਇਆ। ਕਹਿੰਦਾ ਹੇ ਮਹਾਤਮਾ ਜੀ, ਮੈਨੂੰ ਤੁਹਾਡੀ ਇੱਕ ਵੀ ਗੱਲ ਸਮਝ ਨਹੀਂ ਆਈ। ਮੈਂ ਤੇ ਜਾਤ ਪੁੱਛੀ ਸੀ, ਤੁਸੀਂ ਪਤਾ ਨਹੀਂ ਕਿਹਦੇ ਨਾਲ ਗੱਲਾਂ ਕਰਦੇ। ਉਹ ਰੱਬੀ ਬਾਣੀ ਗਾ ਰਹੇ ਆ, ਧੁਰਕੀ ਬਾਣੀ ਦੇ ਬਚਨ ਸਤਿਗੁਰ ਕਰਦੇ ਬੜੇ ਗਹਿਰੇ ਨੇ। ਕਹਿੰਦਾ ਸਾਧੂਓ, ਪਿਆਰਿਓ, ਰੱਬ ਦਿਓ, ਮੈਨੂੰ ਤੁਹਾਡੀਆਂ ਰਮਜਾਂ ਤੇ ਗੱਲਾਂ ਸਮਝ ਨਹੀਂ ਆਉਂਦੀਆਂ, ਮੇਰੇ ਕੋਲੋਂ ਲੰਘ ਜਾਂਦੀਆਂ। ਮੈਨੂੰ ਇੰਨਾ ਪਤਾ ਹੈ ਤੁਸੀਂ ਕਿਸੇ ਰੱਬ ਦੀ ਗੱਲ ਕਰਦੇ, ਪਰਮਾਤਮਾ ਦੀ ਗੱਲ ਕਰਦੇ ਹੋ, ਪਰ ਨਾਲੇ ਜੋਗੀਆਂ ਦੀਆਂ ਗੱਲਾਂ ਕਰੀ ਜਾਂਦੇ। ਦੇਖੋ, ਇੱਕੋ ਹੀ ਅੰਮ੍ਰਿਤ ਬਚਨ ਹੈ, ਉਹਦੇ ਵਿੱਚ ਯੋਗ ਦਾ ਜ਼ਿਕਰ ਕੀਤਾ ਸਤਿਗੁਰਾਂ ਨੇ। ਉਹ ਯੋਗ ਕਿਹੜਾ ਹੈ? ਆ ਬਾਹਰ ਵਾਲਾ ਨਹੀਂ ਹੈ। ਮਰਦ ਕਹਿੰਦੇ ਆ ਗੱਲੀ ਯੋਗ ਨਾ ਹੋਈ, ਏਕ ਦ੍ਰਿਸ਼ਟ ਕਰ ਸੰਸਰ ਜਾਣੈ ਜੋਗੀ ਕਹੀਐ ਸੋਈ। ਜਿਹੜਾ ਇੱਕ ਨਜ਼ਰ ਦੇ ਨਾਲ ਸਾਰੀ ਸ੍ਰਿਸ਼ਟੀ ਨੂੰ ਵੇਖਦਾ ਉਹ ਜੋਗੀ ਹੈ। ਉਹ ਥੋੜੀ ਜਿਹੜਾ ਕਹਿੰਦਾ ਯੋਗਾ ਕਰੋ ਤੇ ਨਾਲੇ ਮੇਰੇ ਪ੍ਰੋਡਕਟ ਲਓ, ਉਹ ਯੋਗੀ ਥੋੜਾ ਹੁੰਦਾ। ਤੇ ਚੋਰ ਹੈ, ਠੱਗ ਹੈ, ਵਪਾਰੀ ਹੈ। ਯੋਗੀ ਤੇ ਉਹ ਹੈ ਜਿਹੜਾ ਜੁੜ ਕੇ ਕਹਿੰਦਾ ਰੱਬ ਵਰਗਾ ਕੋਈ ਨਹੀਂ, ਉਹਨੂੰ ਯੋਗੀ ਕਹਿੰਦੇ ਆ। ਰਾਜਾ ਥੋੜਾ ਕਨਫਿਊਜ਼ ਹੋਇਆ ਵੀ ਇਹ ਤੇ ਪਾਣੀ 'ਚ ਮਧਾਣੀ ਹੋ ਗਈ, ਮੈਨੂੰ ਤੇ ਗੱਲ ਸਮਝ ਹੀ ਨਹੀਂ ਆਉਂਦੀ। ਮੈਂ ਜਾਤ ਪੁੱਛੀ, ਜੋਗੀਆਂ ਦਾ ਜ਼ਿਕਰ ਕਰਨ ਲੱਗ ਗਏ। ਜੇ ਮੈਂ ਫੇਰ ਕੁਝ ਪੁੱਛਿਆ, ਮੈਨੂੰ ਕਹਿੰਦੇ ਉਹ ਗੁਸਾਈ ਪਰਮਾਤਮਾ ਤੇਰੇ ਕੋਲ ਜਾ ਕੇ ਯਾਦ ਚੇਤੇ ਨਹੀਂ ਆਉਂਦੀ, ਤੇਰੇ ਕੋਲ ਜਾ ਕੇ ਜਾਤ ਮੈਨੂੰ ਸੁੱਝਦੀ ਨਹੀਂ, ਮੈਂ ਨਿਰ ਉੱਤਰ ਹੁੰਦਾ ਹਾਂ। ਜੇ ਬ੍ਰਹਮਣ ਹੈ ਤੁਮਰੀ ਜਾਤੀ, ਕਰੁਣਾ ਕਰ ਕਹੀਏ ਬਖਿਆਤੀ। ਰਾਜਾ ਹੱਥ ਜੋੜ ਕੇ ਕਹਿੰਦਾ ਫਕੀਰ ਜੀ, ਚਲੋ ਜੇ ਤੁਸੀਂ ਜੋਗੀ ਹੋ ਕਿਤੇ ਬ੍ਰਾਹਮਣ ਹੋਵੋਗੇ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਗੱਲਾਂ ਦੋ ਹੀ ਨੇ, ਜਾਂ ਬ੍ਰਾਹਮਣ ਜਾਂ ਖੱਤਰੀ। ਬਾਕੀਆਂ ਨੂੰ ਤੇ ਸਮਝ ਹੀ ਕੁਛ ਨਹੀਂ ਸੀ ਜਾਂਦਾ। ਆ ਹੁਣ ਜਿਹੜਾ ਦੌਰ ਆਉਣਾ, ਆਉਣ ਵਾਲੇ ਸਮੇਂ 'ਚ ਇਹੀ ਕੁਝ ਹੋਣਾ। ਇੱਥੇ ਖੱਤਰੀ ਬ੍ਰਾਹਮਣ ਵੱਡੇ ਹੋਣਗੇ ਤੇ ਆਪਾਂ ਸਭ ਸਫਾਈ ਕਰ ਵਿਚਾਰੀ, ਜਿੰਨਾ ਮਰਜ਼ੀ ਰੌਲਾ ਪਾਈਏ, ਅਸੀਂ ਜਰਨਲ ਹੁੰਨੇ ਆ, ਜੱਟ ਹੁੰਨੇ ਆ, ਲਾਉਣਗੇ ਸਾਨੂੰ ਭਾਂਡੇ ਮਾਂਜਣ। ਐਵੇਂ ਥੋੜਾ ਅਗਲਿਆਂ ਨੇ ਸਾਡੀਆਂ ਜ਼ਮੀਨਾਂ ਹੜਪੀਆਂ ਨੇ, ਐਵੇਂ ਥੋੜਾ ਬਿੱਲ ਪਾਸ ਕੀਤੇ ਆ। ਇਹ ਕਿਤੇ ਨਾ ਕਿਤੇ ਉਹੀ ਤਕਨੀਕਾਂ ਕੰਮ ਕਰਦੀਆਂ ਨੇ। 4 ਵਰਨਾਂ ਵਿੱਚ ਵੰਡਿਆ ਜਾਣਾ ਭਾਰਤ ਦੇਸ਼, ਯਾਦ ਰੱਖਿਓ ਗੱਲਾਂ। ਅੱਜ ਦਾ ਦਿਨ ਨੋਟ ਕਰ ਲਓ, ਅੱਜ ਦਾ ਸਮਾਂ ਨੋਟ ਕਰ ਲਓ, ਸਨ ਨੋਟ ਕਰ ਲਓ। ਇਹ ਨਾ ਹੋਇਆ ਤੇ ਕਿਉਂ? ਉਹਨਾਂ ਸਮਿਆਂ ਦੇ ਵਿੱਚ ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼, ਕਿਉਂਕਿ ਜਿਹੜੇ ਸ਼ੂਦਰ ਤੇ ਵੈਸ਼ ਨੇ ਇਹਨਾਂ ਕੋਲ ਨਾਮ ਜਪਣ ਤੇ ਰੱਬ ਦੇ ਘਰ ਜਾਣ ਦੀ ਕੋਈ ਆਗਿਆ ਨਹੀਂ ਹੈ। ਸਿਰਫ ਖੱਤਰੀ ਤੇ ਬ੍ਰਾਹਮਣ। ਬ੍ਰਾਹਮਣ ਕਹਿੰਦਾ ਮੈਂ ਪੂਜਨੀਕ ਆ, ਮੈਂ ਜੋ ਮਰਜ਼ੀ ਕਰਾਂ, ਖੱਤਰੀ ਮੇਰੀ ਇੱਜ਼ਤ ਕਰਦਾ ਹੈ। ਇਸੇ ਕਰਕੇ ਰਾਜਾ ਪੁੱਛਦਾ ਹੈ, ਕਹਿੰਦਾ ਤੁਸੀਂ ਬ੍ਰਾਹਮਣ ਤਾਂ ਨਹੀਂ ਕਿਤੇ ਵੀ ਬ੍ਰਾਹਮਣੋ ਪੂਜਣਯੋਗ? ਬ੍ਰਾਹਮਣ ਬਲਾਤਕਾਰ ਕਰੇ ਕੋਈ ਰੌਲਾ ਨਹੀਂ, ਬ੍ਰਾਹਮਣ ਝੂਠ ਬੋਲੇ ਕੋਈ ਗੁਨਾਹ ਨਹੀਂ, ਬ੍ਰਾਹਮਣ ਠੱਗੀ ਮਾਰੇ ਕੋਈ ਗੁਨਾਹ ਨਹੀਂ। ਆਹੀ ਕੁਛ ਤੇ ਹੁਣ RSS ਲਿਖੀ ਫਿਰਦੀ ਸੰਵਿਧਾਨ 'ਚ। ਦੂਜਾ ਬੰਦਾ ਗਲਤੀ ਨਾਲ ਦੇਖ ਲਏ, ਸੁਣ ਲਏ, ਕੰਨ 'ਚ ਸਿੱਕਾ ਢਾਲ ਕੇ ਪਾ ਦਿਓ। ਇਹ ਪਹਿਲੇ ਹਾਲਾਤ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛਦਾ, ਤੁਸੀਂ ਕੋਈ ਬ੍ਰਾਹਮਣ ਹੋਵੋਗੇ ਜਿਹੜੇ ਇੰਨੀ ਸੁੱਚਮ ਰੱਖਦੇ ਹੋ, ਨਾ ਮੇਰਾ ਭੋਜਨ ਛਕਿਆ, ਨਾ ਮੇਰੇ ਕੱਪੜੇ ਪਹਿਨੇ, ਬ੍ਰਾਹਮਣ ਹੋਵੋਗੇ ਨਾ? ਫਿਰ ਕਹਿੰਦਾ ਜੇ ਬ੍ਰਾਹਮਣ ਹੋ ਤੇ ਫਿਰ ਦੱਸ ਦਿਓ ਜੀ ਕਿਹੜੇ ਖਿੱਤੇ ਨਾਲ ਜੁੜੇ ਹੋਏ ਹੋ। ਹੁਣ ਬ੍ਰਾਹਮਣ ਦਾ ਕਿਹੜਾ ਇੱਕ ਰੱਬ ਹੈ? ਉਹ ਕਦੇ ਕਹਿੰਦਾ ਕ੍ਰਿਸ਼ਨ ਜੀ ਰੱਬ ਨੇ, ਕਦੇ ਕਹਿੰਦਾ ਰਾਮ ਜੀ ਵੀ ਭਗਵਾਨ ਨੇ। ਚਲੋ ਸਾਰੇ ਸਤਿਕਾਰਯੋਗ ਨੇ, ਕੋਈ ਏਡੀ ਗੱਲ ਨਹੀਂ ਹੈ। ਇੱਕ ਮਤਲਬ ਵਿਜ਼ਨ ਕੀ ਹੈ? ਉਹ ਹਨੂਮਾਨ ਜੀ ਨੂੰ ਵੀ ਮੰਨਦਾ ਹੈ, ਉਹ 33 ਕਰੋੜ ਦੇਵੀ ਦੇਵਤਿਆਂ ਨੂੰ ਵੀ ਮੰਨੀ ਜਾਂਦਾ ਹੈ, ਪਰ ਉਹਦਾ ਕੋਈ ਇੱਕ ਵਿਜ਼ਨ ਨਹੀਂ ਹੈ ਵੀ ਤੇਰਾ ਰੱਬ ਕਿਹੜਾ ਹੈ, ਇੱਕ ਕਿਹੜਾ ਤੇਰਾ। ਉਹ ਕਹਿੰਦਾ ਮੈਂ ਵਿਸ਼ਨੂੰ ਵੀ ਮੰਨਦਾ, ਮੈਂ ਕਾਲੀ ਮਾਤਾ ਦੇ ਮੰਦਿਰ ਵੀ ਜਾ ਆਨਾ, ਤੇ ਮੇਰੇ ਕੋਲ ਜਿਹੜੇ ਦੂਜੇ ਤੀਜੇ ਸ਼ਨੀ ਦੇਵ ਇੱਧਰ ਉੱਧਰ ਵਾਲੇ ਉਹ ਵੀ ਮੇਰੇ ਆਪਣਾ ਹੀ ਆ। ਖਸਮ ਕਿਹੜਾ ਤੇਰਾ? ਸਾਂਝਾ ਕੌਣ ਹੈ? ਗੁਰੂ ਸਾਹਿਬ ਨੂੰ ਪੁੱਛਦਾ, ਜੇ ਤੁਸੀਂ ਬ੍ਰਾਹਮਣ ਹੋ ਕਿਹੜੀ ਕੁੱਲ ਨਾਲ ਜੁੜੇ ਹੋ? ਹੁਣ ਬ੍ਰਾਹਮਣਾਂ ਦੇ ਵਿੱਚ ਜੀ ਕਈ ਤਰ੍ਹਾਂ ਦੇ ਖਿੱਤੇ ਨੇ। ਅੱਜ ਵੀ ਜਾ ਕੇ ਪਤਾ ਕਰੋ, ਕਸ਼ਮੀਰ ਦੇ ਪੁੱਛੋ ਬ੍ਰਾਹਮਣਾਂ ਨੂੰ ਵੀ ਤੁਸੀਂ ਉੱਚੇ ਹੋ, ਨੀਵੇਂ ਹੋ, ਕਿਹੜੇ ਬ੍ਰਾਹਮਣ ਹੋ, ਕਿਹੜੀ ਕੈਟਾਗਰੀ ਦੇ ਹੋ। 4 ਕੈਟਾਗਰੀਆਂ ਬ੍ਰਾਹਮਣਾਂ ਦੇ ਵਿੱਚ ਵੀ ਪਾਈਆਂ ਜਾਂਦੀਆਂ। ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਨੂੰ ਉਹ ਰਾਜਾ ਬੜੇ ਅਦਬ ਨਾਲ ਪੁੱਛਦਾ ਏ। ਬ੍ਰਹਮਣ ਬ੍ਰਹਮ ਗਿਆਨ ਇਸ਼ਨਾਨੀ, ਹਰ ਗੁਣ ਪੂਜੇ ਪਾਤੇ। ਸਤਿਗੁਰਾਂ ਨੇ ਅੰਮ੍ਰਿਤ ਬਚਨ ਉਚਾਰਨ ਕੀਤਾ, ਬ੍ਰਾਹਮਣ ਬ੍ਰਹਮ ਗਿਆਨ ਇਸ਼ਨਾਨੀ। ਕਹਿੰਦੇ ਬ੍ਰਾਹਮਣ ਤੇ ਉਹ ਹੈ ਜਿਹਨੇ ਬ੍ਰਹਮ ਦੇ ਗਿਆਨ ਵਿੱਚ ਇਸ਼ਨਾਨ ਕੀਤਾ। ਦੁਨਿਆਵੀ ਤੌਰ ਤੇ ਬ੍ਰਾਹਮਣ ਕੋਈ ਜਾਤ ਨਹੀਂ, ਸਿਰਫ ਬਣਾਈ ਗਈ ਹੈ। ਕਿੱਥੋਂ ਬਣਾਈ ਹੈ? ਕਹਿੰਦੇ ਤੁਹਾਡੇ ਵੱਡੇ ਕੌਣ ਨੇ? ਕਹਿੰਦੇ ਜੀ ਬ੍ਰਹਮਾ ਜੀ। ਬ੍ਰਹਮਾ ਜੀ ਤੋਂ ਅਸੀਂ ਚੱਲੇ ਆ, ਇਸ ਕਰਕੇ ਬ੍ਰਾਹਮਣ ਮੰਨਿਆ ਜਾਂਦਾ ਹੈ। ਮਰਦ ਕਹਿੰਦੇ ਤਾਂ ਕਿ ਪੂਜੋ ਪਾਤੀ, ਵੀ ਉਹਨਾਂ ਨੂੰ ਅਸੀਂ ਪੂਜ ਲਈਏ, ਨਮਸਕਾਰ ਕਰ ਦਈਏ ਜਿਹੜੇ ਅੰਦਰੋਂ ਬ੍ਰਹਮ ਗਿਆਨੀ ਹੋ ਗਏ ਨੇ। ਫਿਰ ਬਾਣੀ ਲਿਖਦੀ ਆ ਨਾ, ਭਗਤ ਕਹਿੰਦੇ ਆ, ਕਹਿੰਦੇ ਜਾਓ ਤੋ ਬ੍ਰਾਹਮਣ ਬ੍ਰਹਮਣੀ ਜਾਇਆ। ਵੀ ਜੇ ਤੂੰ ਕਹਿੰਦਾ ਬ੍ਰਾਹਮਣ ਉੱਚਾ ਏ, ਬ੍ਰਾਹਮਣ ਸੁੱਚਾ ਏ, ਜੇ ਬ੍ਰਾਹਮਣੀ ਦਾ ਜਾਇਆ ਏ,
ਤਾਂ ਆਨ ਬਾਟ ਕਾਹੇ ਨਹੀਂ ਆਇਆ। ਜਿੱਥੋਂ ਹੋਰ ਲੋਕ ਜੰਮਦੇ ਉੱਥੋਂ ਤੂੰ ਕਿਉਂ ਜੰਮਿਆ? ਤੂੰ ਤੇ ਸੁੱਚਾ ਸੀ, ਤੂੰ ਤੇ ਮਹਾਨ ਸੀ। ਭਾਵ ਕਿਤੇ ਨਾ ਕਿਤੇ ਸਭ ਕੁਝ ਇਹ ਥੋਪਿਆ ਗਿਆ, ਮਨੋਵਿਰਤੀ ਲਾਗੂ ਕੀਤੀ ਗਈ ਮਨੁ ਸਿਮਰਤੀ ਦੁਆਰਾ। ਦਿਨ ਦੁਨੀਆ ਦੇ ਮਾਲਕ ਕਹਿੰਦੇ ਬ੍ਰਾਹਮਣ ਤੇ ਉਹ ਹੈ ਭਾਈ ਜਿਹੜਾ ਅੰਦਰੋਂ ਬ੍ਰਹਮ ਨਾਲ ਜੁੜਿਆ ਹੈ। ਬਾਣੀ ਲਿਖਦੀ ਹੈ ਨਾ, ਬ੍ਰਹਮ ਬਿੰਦੈ ਤੇ ਸਦਾ ਬ੍ਰਹਮਤਰ ਹੈ। ਕਿਹਦਾ ਰਹਿੰਦਾ ਬ੍ਰਾਹਮਣ ਪੁਣਾ? ਏਕ ਸ਼ਬਦ ਲਿਵ ਲਾਏ। ਜਿਹਦੀ ਲਿਵ ਇੱਕ ਸ਼ਬਦ ਨਾਲ ਜੁੜੀ ਹੋਏ ਨਾ ਰੱਬ ਨਾਲ, ਉਹ ਅਸਲ ਬ੍ਰਾਹਮਣ ਹੈ ਜੋ ਰੱਬ ਨਾਲ ਜੁੜਿਆ। ਬ੍ਰਹਮ ਕੌਣ ਹੈ? ਜਿਹਨੂੰ ਕਿਹਾ ਜਾਂਦਾ, ਜਿਹਨੇ ਉਹਨੂੰ ਜਾਣਿਆ ਉਹ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਬੰਦਾ ਥੋੜਾ ਹੁੰਦਾ ਹੈ। ਬ੍ਰਹਮ ਨਾਮ ਹੈ ਸ੍ਰਿਸ਼ਟੀ ਦੇ ਪਸਾਰੇ ਦਾ, ਜੋ ਬ੍ਰਹਿਮੰਡ ਜਿਹਨੇ ਰਚਿਆ, ਸਾਰੀ ਰਚਨਾ ਨੂੰ ਬ੍ਰਹਮ ਕਹਿੰਦੇ ਆ, ਰੱਬ ਨੂੰ ਬ੍ਰਹਮ ਕਹਿੰਦੇ ਆ। ਜਿਹਨੇ ਉਹਦੀ ਨੌਲੇਜ ਰੱਖੀ, ਸੋਝੀ ਰੱਖੀ, ਉਹ ਹੋਇਆ ਬ੍ਰਹਮ ਦਾ ਗਿਆਨ ਕਰਨ ਵਾਲਾ, ਬ੍ਰਹਮ ਗਿਆਨੀ। ਇਸੇ ਕਰਕੇ ਸਤਿਗੁਰ ਕਹਿੰਦੇ ਨਾ, ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਤੇ ਇੱਥੇ ਜਿਹੜੇ ਸਾਡੇ ਵਾਲੇ ਪੰਜਾਬ ਦੇ ਬ੍ਰਹਮ ਗਿਆਨੀ ਆ, ਮੈਂ ਕਹਿੰਦਾ ਮਹੀਨੇ 'ਚ 4-4 ਗੱਡੀ ਚੜ੍ਹਦੇ ਆ। ਖੋ ਸਤਨਾਮ। ਬ੍ਰਹਮ ਗਿਆਨੀ ਤੇ ਜੰਮਦਾ ਮਰਦਾ ਨਹੀਂ ਹੈ, ਉਹ ਨਹੀਂ ਜੰਮਦਾ ਭਾਈ ਜਿਹੜਾ ਸੁਰਤ ਦੇ ਤਲ ਤੇ ਜਿਉਂਦਾ ਏ, ਜਿਹਨੂੰ ਪਤਾ ਏ ਆਉਣਾ ਜਾਣਾ ਇੱਕ ਗਵਨ ਹੈ, ਇੱਕ ਖੇਡ ਹੈ ਰੱਬ ਦਾ। ਤੇ ਨਾ ਮੈਂ ਮਰਿਆ, ਲਿਖਦੇ ਆ ਨਾ, ਪਵਨ ਹੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤਿ ਰਜਾਇਆ। ਕੌਣ ਮੁਆਰੇ ਕੌਣ ਮੁਆ? ਬ੍ਰਹਮ ਗਿਆਨੀ ਮਿਲ ਕਰੋ ਵਿਚਾਰਾ, ਇਹ ਤੋਂ ਚਲਤ ਭਇਆ। ਬਾਣੀ ਤੇ ਸਪਸ਼ਟ ਕਹਿੰਦੀ, ਪਰ ਅਸੀਂ ਕਿ ਅਸੀਂ ਜੀ ਇਹ ਸਮਝਣਾ ਜੀ ਨਾ, ਸਾਡੇ ਵਾਲਾ ਦਿਮਾਨ ਹੈ ਜਿਹੜਾ ਕੰਧ ਤੇ ਟੰਗਿਆ ਉਹੀ ਵੱਡਾ ਹੈ। ਬ੍ਰਹਮ ਉਹਨੂੰ ਕਹਿੰਦੇ ਆ ਜੋ ਪਰਮਾਤਮਾ ਹੈ। ਜਿਹਨੇ ਬ੍ਰਹਮ ਨੂੰ ਜਾਣਿਆ ਉਹ ਬ੍ਰਾਹਮਣ ਹੈ। ਉਹ ਅਲੱਗ ਗੱਲ ਆ ਵੀ ਇੱਥੇ ਲੋਕ ਬ੍ਰਾਹਮਣ ਬਣੇ ਫਿਰਦੇ ਆ, ਕੋਈ ਖੱਤਰੀ ਬਣਿਆ ਫਿਰਦਾ, ਕੋਈ ਬਣਿਆ ਫਿਰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ ਤਾਂ ਕਿ ਪੂਜੋ ਪਾਤੀ, ਉਹਨਾਂ ਦੇ ਚਰਨਾਂ ਦੀ ਪੂਜਾ ਮੈਂ ਕਰਾਂ ਜਿਹਨੇ ਉਸ ਬ੍ਰਹਮ ਪਰਮੇਸ਼ਵਰ ਪਰਮਾਤਮਾ ਨੂੰ ਅੰਦਰੋਂ ਜਾਣਿਆ। ਆਖੋ ਸਤਨਾਮ। ਉਹਨੂੰ ਸਦਾ ਹੀ ਬੰਦਨਾ ਹੈ। ਏਕੋ ਨਾਮ ਏਕ ਨਾਰਾਇਣ, ਤ੍ਰੈ ਭਵਨ ਏਕ ਜੋਤੀ। ਕਹਿੰਦੇ ਏਕੋ ਨਾਮ ਏਕ ਨਾਰਾਇਣ, ਤ੍ਰਿਭਵਨ ਏਕੋ ਜੋਤੀ। ਇੱਕ ਨਾਮ ਹੈ ਰੱਬ ਦਾ, ਇੱਕੋ ਹੀ ਨਾਰਾਇਣ ਪਰਮੇਸ਼ਰ ਹੈ ਜੋ ਮਨੁੱਖਾਂ ਵਿੱਚ ਵਰਤਦਾ ਹੈ। ਕਹਿੰਦੇ ਤਿੰਨੇ ਭਵਨਾਂ ਦਾ ਉਹ ਮਾਲਕ ਹੈ, ਉਹਦੀ ਜੋਤ ਸਾਰੇ ਬ੍ਰਹਿਮੰਡ 'ਚ ਹੈ। ਰੱਬ ਦੀ ਜੋਤ ਤੋਂ ਬਿਨਾਂ ਹੈ ਇੱਥੇ ਕੀ ਹੈ? ਜਿੱਥੇ ਦੇਖੀਏ ਸਾਰੀਆਂ ਘਟਾਵਾਂ ਦੇ ਵਿੱਚ ਉਸੇ ਦਾ ਪਸਾਰਾ ਹੈ। ਇਸੇ ਕਰਕੇ ਕਿਹਾ ਜਾਂਦਾ ਸਗਲ ਘਟਾ ਕੇ ਅੰਤਰਜਾਮੀ। ਤੂੰ ਘਟਾ ਨੂੰ ਕਿਉਂ ਜਾਣਦਾ ਹੈ? ਕਿਉਂਕਿ ਹਰ ਘਟ ਤੂੰ ਬਣਾਈ ਹੈ। ਹਰ ਬ੍ਰਹਿਮੰਡ ਖੰਡ ਕਰੋੜਾਂ ਦੀਪ ਸਮੂਹ ਸਭ ਤੇਰੇ ਰਚੇ ਹੋਏ ਆ। ਇਹ ਤਾਂ ਰਚਨ ਰਚਿਆ ਕਰਤਾਰ। ਇਹ ਜਦੋਂ ਕਰਤੇ ਨੇ ਰਚਿਆ ਹੋਇਆ ਤੇ ਕਰਤਾ ਸਾਰਾ ਕੁਝ ਹੀ ਜਾਣਦਾ ਹੈ। ਮਰਦ ਕਹਿੰਦੇ ਤੇਰੀ ਇੱਕ ਜੋਤ ਹੈ, ਇੱਕ ਹੀ ਹੈ ਤੂੰ, ਜਿਹਨੂੰ ਬਾਣੀ ਵਿੱਚ ਕਿਹਾ ਨਾ ਇੱਕ ਓੰਕਾਰ। ਰੱਬ ਨਾ ਦੋ ਨੇ, ਨਾ ਤਿੰਨ ਨੇ, ਨਾ ਚਾਰ ਨੇ, ਨਾ ਪੰਜ ਨੇ। ਉਹ ਅਲੱਗ ਗੱਲ ਅਸੀਂ ਬਥੇਰੇ ਬਣਾਈ ਫਿਰਦੇ ਹਾਂ। ਮੁਸਲਮਾਨ ਕਹਿੰਦਾ ਜੀ ਅੱਲਾ ਨਹੀਂ ਬੋਲੇਗਾ ਵੜ ਦਿਆਂਗਾ। ਸਿੱਖ ਕਹਿੰਦਾ ਬੋਲ ਵਾਹਿਗੁਰੂ, ਦੂਜਾ ਤੀਜਾ ਕੋਈ ਨਹੀਂ। ਹਿੰਦੂ ਕਹਿੰਦਾ ਕਹਿ ਰਾਮ। ਮਹਾਰਾਜ ਕਹਿੰਦੇ ਹੈ ਇੱਕੋ ਹੀ ਹੈ। ਪਿਓ ਕਿਸੇ ਦਾ ਪਿਤਾ ਏ, ਬੰਦਾ ਤੇ ਉਹੀ ਹੈ, ਉਹੀ ਨਾਮ ਹੈ। ਉਹ ਕਿਸੇ ਦਾ ਚਾਚਾ ਵੀ ਲੱਗੀ ਜਾਂਦਾ ਹੈ, ਕਿਸੇ ਦਾ ਤਾਇਆ ਵੀ ਹੈ, ਕਿਸੇ ਦਾ ਫੁੱਫੜ ਵੀ ਲੱਗਦਾ ਹੈ, ਕਿਸੇ ਦਾ ਮਾਸੜ ਵੀ ਲੱਗਦਾ ਹੈ, ਕਿਸੇ ਦਾ ਜੀਜਾ ਵੀ ਲੱਗਦਾ ਹੋਣਾ। ਬੰਦਾ ਇੱਕ ਹੈ, ਰਿਸ਼ਤਿਆਂ ਦੇ ਨਾਮ ਜਿਵੇਂ ਅਲੱਗ-ਅਲੱਗ ਹੁੰਦੇ ਆ, ਇਸੇ ਤਰ੍ਹਾਂ ਪਰਮਾਤਮਾ ਇੱਕ ਹੀ ਹੈ। ਆਪਣੇ ਆਪਣੇ ਹਿਸਾਬ ਨਾਲ ਜਿੰਨੀ ਕੁ ਕਿਸੇ ਨੂੰ ਸਮਝ ਆਈ ਜੀ। ਕਿਸੇ ਨੇ ਵੇਖਿਆ ਮੌਲਿਆ ਸਾਰੀਆਂ ਘਟਾਵਾਂ 'ਚ ਰਚਿਆ, ਕਹਿੰਦੇ ਤੂੰ ਮੌਲਾ ਏ। ਜੇ ਕਿਸੇ ਨੇ ਵੇਖਿਆ ਤੂੰ ਸਾਰਿਆਂ ਤੋਂ ਵੱਖ ਅਲੱਗ ਹੈ, ਕਹਿੰਦੇ ਤੂੰ ਅੱਲਾ ਏ। ਜੇ ਵੇਖਿਆ ਤੂੰ ਹਰ ਥਾਂ ਤੇ ਰਮਿਆ ਹੋਇਆ, ਕਹਿੰਦੇ ਤੂੰ ਰਾਮ ਹੈ। ਜੇ ਤੂੰ ਪਰਮ ਈਸ਼ਵਰ ਵੱਡੇ ਤੋਂ ਵੱਡਾ ਰੱਬ ਹੈ, ਤੈਨੂੰ ਪਰਮੇਸ਼ਰ ਕਹਿੰਦਾ। ਕਿਹਾ ਕਿਉਂ ਹੈ? ਕਿਉਂਕਿ ਜਿੰਨੇ ਤੇਰੇ ਨਾਮ ਨੇ ਨਾ, ਇਹ ਸਭ ਕਿਰਤਮ ਨਾਮ ਨੇ। ਕਿਰਤਮ ਨਾਮ ਕਥੇ ਤੇਰੀ ਜਿਹਬਾ ਸਤਨਾਮ ਹੈ ਪਰਾਪੂਰਬਲਾ। ਕਹਿੰਦੇ ਕਿਰਤਮ ਨਾਮ ਤੇਰੇ ਕੰਮਾਂ ਤੋਂ ਬਣੇ। ਜਿਵੇਂ ਲੋਹੇ ਦਾ ਕੰਮ ਕਰਦਾ ਲੋਹਾਰ ਹੈ, ਸੋਨੇ ਦਾ ਕੰਮ ਕਰਦਾ ਸੁਨਿਆਰ ਹੈ, ਜ਼ਿਮੀਂਦਾਰਾ ਕਰਦਾ ਲੋਕੀ ਕਹਿੰਦੇ ਜ਼ਿਮੀਂਦਾਰ ਹੈ। ਹੁਣ ਜ਼ਮੀਨ ਤੇ ਕੋਈ ਵੀ ਠੇਕੇ ਤੇ ਲੈ ਸਕਦਾ ਹੈ, ਛੋਟੀ ਜਾਤ ਵਾਲਾ ਵੀ ਵੱਡੀ ਜਾਤ ਵਾਲਾ ਵੀ, ਪਰ ਜ਼ਿਮੀਂਦਾਰ ਕਹਾਊਗਾ ਨਾ। ਸੋਨੇ ਦਾ ਕੰਮ ਕੋਈ ਵੀ ਕਰ ਲੈ, ਭਾਵੇਂ ਜੱਟ ਦੁਕਾਨ ਖੋਲ ਕੇ ਬਹਿ ਜੇ, ਫਿਰ ਉਹ ਸੁਨਿਆਰ ਤੇ ਵੱਜਣਾ ਹੀ ਆ ਨਾ ਵੀ ਸੁਨਿਆਰ ਹੈ ਇਹ। ਇਸੇ ਤਰ੍ਹਾਂ ਪਰਮਾਤਮਾ ਨੂੰ ਉਹਦੇ ਕੰਮਾਂ ਕਰਕੇ ਯਾਦ ਕੀਤਾ ਜਾਂਦਾ ਹੈ। ਇੱਕੋ ਹੀ ਹੈ, ਪੂਰੇ ਬ੍ਰਹਿਮੰਡ ਨੂੰ ਚਲਾਉਣ ਵਾਲਾ। ਇਸੇ ਕਰਕੇ ਬਾਣੀ ਕਹਿੰਦੀ ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਏਕੋ ਤੋਂ ਨਾਲ ਸ਼ਬਦ ਵਰਤਿਆ ਸਾਹਿਬ। ਸਾਹਿਬ ਮਤਲਬ ਮਾਲਕ। ਕਹਿੰਦੇ ਸਾਰੀ ਸ੍ਰਿਸ਼ਟੀ ਦਾ ਮਾਲਕ ਕਰਤਾ ਇੱਕ ਹੀ ਹੈ। ਤੇਰੇ ਭਵਨ, ਤਿੰਨੇ ਭਵਨਾਂ ਲੋਕਾਂ ਦੇ ਵਿੱਚ ਉਹਦੀ ਜੋਤ ਵਿਆਪਦੀ ਹੈ। ਚੌਪਈ
ਸੁਣ ਕਰ ਐਸੇ ਬਚਨ ਅਨੂਪਾ ਬਹਰੋ ਬੋਲਤ ਭਾਵਚ ਭੂਪਾ। ਸਤਿਗੁਰਾਂ ਦੇ ਪਿਆਰੇ ਬਚਨਾਂ ਨੂੰ ਸੁਣ ਕੇ ਰਾਜਾ ਬੜਾ ਪ੍ਰਭਾਵਿਤ ਹੋਇਆ। ਇੱਥੇ ਕਿੰਨੀ ਸੋਹਣੀ ਕਨਵਰਸੇਸ਼ਨ ਚੱਲ ਰਹੀ ਹੈ। ਕਨਵਰਸੇਸ਼ਨ, ਸਵਾਲ ਜਵਾਬ। ਰਾਜਾ ਪੁੱਛਦਾ ਤੇ ਗੁਰੂ ਸਾਹਿਬ ਜਵਾਬ ਦੇ ਰਹੇ ਆ। ਕਹਿੰਦਾ ਮਹਾਤਮਾ ਜੀ ਮੈਨੂੰ ਇੰਨਾ ਪਤਾ ਲੱਗ ਗਿਆ ਤੁਸੀਂ ਕੋਈ ਵਲੀ ਹੋ, ਔਲੀਏ ਹੋ, ਰੱਬੀ ਰੂਹ ਹੋ, ਪਰ ਮੈਂ ਜੋ ਮੇਰੀ ਇਸ ਵਹੀ ਵਿੱਚ ਲਿਖਿਆ ਮੈਂ ਉਹ ਕਨਫਰਮ ਕਰਨਾ ਚਾਹੁੰਦਾ। ਦੱਸਦਾ ਨਹੀਂ ਕੀ ਲਿਖਿਆ। ਮਨਸੁਖ ਸ਼ਾਹੂਕਾਰ ਲਿਖਾ ਕੇ ਗਿਆ ਉਹ ਨਾਨਕ ਨੇ ਵੇਦੀਆਂ ਦੀ ਵੰਸ਼ ਚੋਂ ਆਏ ਆ, ਆਪ ਪਰਮੇਸ਼ਰ ਹੋਣਗੇ ਤੇ ਮੇਰੇ ਉਹ ਸਤਿਗੁਰ ਨੇ। ਪਰ ਗੁਰੂ ਸਾਹਿਬ ਨੇ ਤੇ ਅਜੇ ਤੱਕ ਨਹੀਂ ਕਿਹਾ ਵੀ ਮੈਂ ਬੇਦੀ। ਇੱਥੇ ਕੋਈ ਪੁੱਛੇ ਤੂੰ ਕੌਣ ਹੈ, ਉਹ ਮੈਂ ਸੈਣੀ ਆ ਫਲਾਣਾ, ਮੈਂ ਜੱਟ। ਅਸੀਂ ਤੇ 2.5 ਫੁੱਟ ਦੇ ਬੱਚਿਆਂ ਨੂੰ ਕਹੀ ਫਿਰਦੇ ਆ ਵੀ ਆਪਣੀ ਜਾਤ ਦਾ ਕੋਡ ਨਾਲ ਰੱਖ। ਜਦੋਂ ਬੋਲਦੇ ਆ ਨਾ ਜ਼ਹਿਰ ਨਿਕਲਦਾ ਅੰਦਰੋਂ, ਐਡਾ ਵੱਡਾ ਬਖਰੇਵਾ ਛੂਤ ਛਾਤ ਜ਼ੁਬਾਨ ਤੇ ਹੈ ਵੀ ਮੈਂ ਫਲਾਣਾ ਸਿੰਘ ਆ, ਇਹ ਵਿਚਾਰੇ ਦੂਜਾ ਹੀ ਆ। ਕਿੰਨਾ ਫਰਕ ਪੈਂਦਾ ਮਨੁੱਖਤਾ ਦੇ ਵਿੱਚ। ਗੁਰੂ ਸਾਹਿਬ ਤੇ ਕਹਿੰਦੇ ਭਾਈ ਇਹ ਸਾਰੇ ਇੱਕੋ ਹੀ ਨੇ, ਸਭੇ ਸਾਂਝੀ ਵਾਲ ਸਧਾਇਣ ਕੋਈ ਨਾ ਦਿਸੈ ਬਾਹਰਾ ਜੀ। ਸਭ ਇੱਕ ਹਨ, ਸਭ ਇੱਕ ਦੇ ਪਿਆਰੇ ਨੇ। ਅਸੀਂ ਅੰਮ੍ਰਿਤ ਛਕ ਕੇ ਵੀ ਸਾਡੇ ਚ ਕੋੜ ਉਹੀ ਹੈ, ਜ਼ਹਿਰ ਉਹੀ ਹੈ, ਰਹਿਣਾ ਹੀ ਹੈ। ਸੱਪ ਜ਼ਹਿਰ ਥੋੜੀ ਛੱਡ ਸਕਦਾ ਹੈ, ਚਾਹੇ ਉਹਨੂੰ ਅੰਮ੍ਰਿਤ ਛਕਾ ਦਿਓ, ਦੁੱਧ ਪਿਲਾ ਦਿਓ। ਸਾਡੀ ਬਿਰਤੀ ਸੱਪਾਂ ਵਾਲੀ ਹੈ। ਭਾਗਾਂ ਵਾਲੇ ਨੇ ਜਿਨ੍ਹਾਂ ਅੰਦਰ ਨਫ਼ਰਤ ਦਾ ਜ਼ਹਿਰ ਮੁੱਕ ਜਾਂਦਾ ਹੈ। ਰਾਜਾ ਗੁਰੂ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਪੁੱਛਦਾ ਏ ਵੀ ਇਹ ਮੈਨੂੰ ਸਹੀ ਗੱਲ ਕਿਉਂ ਨਹੀਂ ਦੱਸਦੇ। ਬਾਬਾ ਨਾਨਕ ਵੀ ਕਹਿ ਸਕਦਾ ਸੀ ਮੇਰੀ ਬੰਸ ਬੜੀ ਵੱਡੀ, ਮੈਂ ਬੇਦੀਆਂ ਚੋਂ ਆਇਆ ਯਾਰ, ਮੈਂ ਤੁਹਾਡੇ ਤੋਂ ਕੀ ਲੈਣਾ ਹੈ, ਟੇਕੋ ਮੱਥਾ। ਨਹੀਂ, ਨਿਮਰਤਾ ਦੇਖੋ, ਨਿਮਰਤਾ ਏਡੀ। ਮਲਕ ਭਾਗੋ ਦੇ ਮਹਿਲਾਂ 'ਚ ਨਹੀਂ ਗਏ, ਭਾਈ ਲਾਲੋ ਗਰੀਬ ਦੇ ਘਰ ਰੋਟੀਆਂ ਛਕਦੇ ਰਹੇ ਸੁੱਕੀਆਂ। ਹੈ ਸਾਡੇ ਪਿਆਰੇ ਸਤਿਗੁਰ ਵਰਗਾ ਕੋਈ ਗੁਰੂ ਦੁਨੀਆ ਤੇ ਨਾ ਹੋਇਆ, ਨਾ ਕਦੇ ਹੋਣਾ। ਗੁਰੂ ਨਾਨਕ ਸਾਹਿਬ ਜੀ ਨੂੰ ਫੇਰ ਪੁੱਛਣਾ ਚਾਹੁੰਦਾ ਵੀ ਜੇ ਕਿਤੇ ਆਪਣੀ ਜਾਤ ਦਾ ਮਾੜਾ ਜਾ ਸੁਨੇਹਾ ਹੀ ਦੇ ਦੇਣ ਤਾਂ ਜੋ ਮੇਰਾ ਸਿਰਨਾਵਾ ਹੈ ਇਹਨਾਂ ਨਾਲ ਮੈਚ ਕਰ ਜਾਵੇ। ਜਾਤ ਤੁਮਾਰੀ ਖੱਤਰੀ ਹੈ, ਸੁਣਿਓ ਕਮਲ ਨੈਣ ਪੁਨ ਕਹੈ। ਆਖਰਕਾਰ ਰਾਜੇ ਨੇ ਵੇਖਿਆ ਵੀ ਇਹ ਤਾਂ ਨਹੀਂ ਦੱਸਦੇ ਜਾਤ। ਵੀ ਮੈਂ ਪੁੱਛ ਲਿਆ ਬ੍ਰਾਹਮਣੋ, ਬੋਲੇ ਹੀ ਨਹੀਂ। ਕਹਿੰਦੇ ਉਹ ਜੋ ਬ੍ਰਾਹਮਣ ਨੂੰ ਮੰਨਦਾ ਬ੍ਰਾਹਮਣ ਉਹੀ ਹੈ। ਕਹਿੰਦਾ ਬਾਬਾ ਜੀ ਤੁਸੀਂ ਖੱਤਰੀ ਤਾਂ ਨਹੀਂ ਕਿਤੇ। ਗੁਰੂ ਸਾਹਿਬ ਨੂੰ ਕਹਿੰਦਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਖੱਤਰੀ ਸ਼ਬਦ ਸੁਣ ਕੇ ਖੁਸ਼ੀ ਜ਼ਾਹਰ ਨਹੀਂ ਕੀਤੀ। ਇੱਥੇ ਕੋਈ ਮੇਰੇ ਵਰਗੇ ਨੂੰ ਮੈਂ ਲੱਖ ਪ੍ਰਚਾਰ ਕਰੀ ਜਾਵਾਂ, ਕੋਈ ਮੈਨੂੰ ਆਖੇ ਨਾ ਯਾਰ ਮੈਂ ਸੈਣੀ ਭਰਾ, ਮੈਨੂੰ ਹੋਊਗਾ ਹਾਏ ਹਾਏ ਇਹ ਤਾਂ ਸਾਡਾ ਹੀ ਹੈ। ਪਰ ਮਾਫ ਕਰਿਓ ਮੈਨੂੰ ਚਾਚੂ ਨਹੀਂ ਹੈ ਕਿਸੇ ਦਾ। ਮੈਂ ਕਹਿੰਦਾ ਜਿੰਨੇ ਘਟੀਆ ਬੰਦੇ ਸਾਡੇ ਸੈਣੀ ਉਹਨਾਂ ਕੋਈ ਹੋਣਾ ਨਹੀਂ। ਮੈਂ ਤੇ ਸ਼ਰੇਆਮ ਕਹਿੰਦਾ ਗੁਰੂ ਦੀ ਹਜ਼ੂਰੀ 'ਚ। ਜਾਤਾਂ 'ਚ ਕੀ ਰੱਖਿਆ? ਬੰਦਾ ਚੰਗਾ ਹੋਣਾ ਚਾਹੀਦਾ, ਬੰਦਾ ਉਹਦੇ ਜੀਵਨ ਦਾ ਕਿਰਦਾਰ ਚੰਗਾ ਹੋਣਾ ਚਾਹੀਦਾ ਹੈ। ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਨੂੰ ਪੁੱਛਦਾ ਤੁਸੀਂ ਖੱਤਰੀ ਹੋ? ਸਤਿਗੁਰਾਂ ਸੁਣ ਕੇ ਮੁੱਖ ਨੀਵਾਂ ਕਰ ਲਿਆ ਵੀ ਰਾਜਿਆ ਇੱਕ ਨਿਰੰਕਾਰ ਨਾਲ ਜੁੜ ਕੇ ਵੀ ਬ੍ਰਾਹਮਣਾਂ ਦੀਆਂ ਜਾਤਾਂ 'ਚ ਤੁਰਿਆ ਫਿਰਦਾ ਹੈ। ਅਸੀਂ ਸਿੱਖ ਹਾਂ, ਸਿੱਖ ਕਲਗੀਧਰ ਦੇ ਆ, ਪਰ ਜਾਤਾਂ ਕਿਹਨਾਂ ਦੀਆਂ ਨੇ? ਮੈਂ ਕਹਿੰਦਾ ਜਿਹਨੂੰ ਮਰਜ਼ੀ ਪੁੱਛ ਲਓ ਵੀ ਬਣਾਈਆਂ ਕੀ ਨੇ, ਕਿਸੇ ਨੂੰ ਨਹੀਂ ਪਤਾ ਵੀ ਜਾਤ ਪਾਤ ਦਾ ਸੰਗਠਨ ਬਣਿਆ ਕਿੱਥੋਂ, ਬਣਾਈਆਂ ਕੀ ਨੇ, ਉਤਪਤੀ ਕਿੱਥੋਂ ਹੋਈ। ਯੂਰਪ ਦੇ ਲੋਕਾਂ ਨੇ ਕਦੇ ਕਿਹਾ ਸੀ ਫਲਾਣੇ ਹੁੰਨੇ ਆ? ਕਦੇ ਚਾਈਨਾ ਵਾਲਿਆਂ ਨੂੰ ਪੁੱਛੋ ਜਾ ਕੇ, ਜਾਪਾਨ ਵਾਲਿਆਂ ਨੂੰ ਪੁੱਛੋ ਵੀ ਤੁਹਾਡੀ ਜਾਤ ਕੀ ਹੈ। ਸਾਡੇ ਵਾਲਿਆਂ ਨੂੰ ਪੁੱਛੋ ਲੈ ਫਲਾਣਾ ਸਿੰਘ ਆ ਮੈਂ। ਸਿੰਘ ਸੁੰਗ ਤੇ ਕਾਹਨੂੰ ਕਹਿੰਦੇ ਆ, ਨਾਂ ਤੋਂ ਪਹਿਲੇ ਲਿਖਾ ਲੈਂਦੇ ਆ ਕੋਡ ਜਾਂ ਪਿੱਛੇ। ਹੰਕਾਰ ਆ ਨਾ। ਇਹ ਮਨੂ ਸਿਮਰਤੀ ਵਿੱਚ ਲਿਖੀਆਂ ਜਾਤਾਂ ਜਿਹਦੇ ਸੰਵਿਧਾਨ ਨੂੰ RS ਚੱਕੀ ਫਿਰਦੀ ਹੈ ਨਾ, ਇਹ ਉਹ ਹੈ। ਇੱਕ ਪੰਡਤ ਹੋਇਆ, ਬ੍ਰਾਹਮਣ ਹੋਇਆ ਜਿਹਨੇ ਜਾਤਾਂ ਪਾਤਾਂ ਬਣਾਈਆਂ। ਇਹ ਤੋਂ ਪਹਿਲਾਂ ਪੁਰਾਣੀਆਂ ਬੀਸੀਆਂ ਦਾ ਇਤਿਹਾਸ ਪੜ੍ਹ ਕੇ ਵੇਖੋ, ਸਿਰਫ ਦੋ ਹੀ ਗੱਲਾਂ ਸੀ, ਜਾਂ ਹਿੰਦੂ ਲੋਕ ਸਨ ਜਾਂ ਮੁਸਲਮਾਨ ਸਨ। ਮੁਸਲਮਾਨ ਚੜ੍ਹ ਕੇ ਆਉਂਦੇ ਸੀ, ਹਿੰਦੂਆਂ ਦਾ ਕਤਲੇਆਮ ਕਰ ਜਾਂਦੇ ਸੀ। ਉਹ ਉਦੋਂ ਕੋਈ ਜਾਤ ਪਾਤ ਦਾ ਰੌਲਾ ਨਹੀਂ ਸੀ, ਸਿਰਫ ਬਣਾਇਆ ਗਿਆ, ਲੋਕਾਂ ਨੂੰ ਵੰਡਿਆ ਗਿਆ। ਫਲਾਣੇ ਦੀ ਵਰਨ ਵੰਡ ਕਰਤੀ, ਸ਼ੂਦਰ ਹੈ, ਇਹ ਛੋਟੀ ਜਾਤ ਦਾ, ਇਹਦੇ ਹੱਥ ਦਾ ਨਹੀਂ ਖਾਣਾ, ਇਹ ਕੋਲੋਂ ਨਾ ਲੰਘ ਜੇ। ਦੀਨ ਦੁਨੀਆ ਦੇ ਮਾਲਕ ਸਤਿਗੁਰ ਸੁਣ ਕੇ ਮੁਸਕਰਾ ਪਏ। ਰਾਜਾ ਕਹਿੰਦਾ ਜੀ ਤੁਸੀਂ ਖੱਤਰੀ ਹੋ ਨਾ, ਤੁਹਾਡਾ ਨਾਮ ਨਾਨਕ ਹੈ। ਜਿਹਵ ਡੰਡੀ ਘਟ ਛਬ। ਉਸ ਵੇਲੇ ਸਤਿਗੁਰਾਂ ਨੇ ਜਵਾਬ ਦਿੱਤਾ, ਕਹਿੰਦੇ ਜਿਹਬਾ ਡੰਡੀ, ਜੀਭ ਸਾਡੀ ਸਟਿਕ ਹੈ, ਛੋਟੀ ਹੈ। ਜਿਹੇ ਘਟ ਛਾਬਾ, ਹਿਰਦਾ ਸਾਡਾ ਕਹਿੰਦੇ ਛਾਬਾ ਏ। ਜ਼ਿਕਰ ਕਾਹਦਾ ਕਰਦੇ ਆ? ਸੁਨਿਆਰ ਕੋਲ ਛੋਟਾ ਜਿਹਾ ਕੰਡਾ ਵੇਖਿਆ ਨਾ, ਆਪੇ ਕੰਡਾ ਤੋਲਤ ਰਾਜੀ ਪ੍ਰਭ ਆਪੇ ਤੋਲ ਤੁਲਾਇਆ। ਇੱਕ ਤੇ ਕੰਡਾ ਬਹੁਤ ਵੱਡਾ ਹੁੰਦਾ ਜਿੱਥੇ ਟਰੱਕ ਤੋਲੇ ਜਾਂਦੇ ਆ, ਇੱਕ ਸੁਨਿਆਰ ਕੋਲ ਹੁੰਦਾ ਉਹ ਕੰਡਾ ਇਹ ਤੋਂ ਵੱਡੀ ਹੋਵੇ ਤੱਕੜੀ ਹੁੰਦੀ ਹੈ। ਸਤਿਗੁਰ ਜੀ ਉਧਰ ਇਸ਼ਾਰਾ ਕਰਦੇ ਆ, ਕਹਿੰਦੇ ਸਾਡੀ ਜੀਵ ਇੱਕ ਕੰਡਾ ਹੈ,
ਉਹਦੀ ਸਟਿਕ ਜੋ ਫੜੀ ਜਾਂਦੀ, ਜਿਹਦੇ ਥੱਲੇ ਛਾਬੇ ਬੰਨੇ ਹੁੰਦੇ ਆ, ਕਹਿੰਦੇ ਹਿਰਦਾ ਸਾਡਾ ਛਾਬਾ ਏ, ਜਿਹਦੇ ਵਿੱਚ ਵਸਤੂਆਂ ਪਾਈਆਂ ਜਾਂਦੀਆਂ ਨੇ। ਤੋਲੋ ਨਾਮ ਅਜਾਚੀ, ਤੋਲੋ ਨਾਮ ਅਜਾਚੀ, ਕਹਿੰਦੇ ਅਸੀਂ ਪਰਮੇਸ਼ਰ ਦੇ ਨਾਮ ਨੂੰ ਹਿਰਦੇ ਦੇ ਛਾਬਿਆਂ ਵਿੱਚ ਤੋਲਿਆ ਏ। ਹੁਣ ਤੋਲਿਆ ਕਿਵੇਂ ਗਿਆ? ਤੋਲਿਆ ਕਾਹਦੇ ਨਾਲ ਜਾਂਦਾ ਜੀ? ਜਦੋਂ ਵੀ ਕੋਈ ਕੰਡਾ ਹੋਏਗਾ ਉਹਦੀ ਉੱਪਰਲੀ ਜਿਹੜੀ ਸਰੀਆ ਹੋਵੇ, ਸੋਟੀ ਹੋਵੇ, ਮੇਨ ਉਹੀ ਹੈ ਜਿਹਦੇ ਤੇ ਬੰਨੇ ਹੋਏ ਆ। ਮਰਦ ਕਹਿੰਦੇ ਉਹ ਤੇ ਜ਼ੁਬਾਨ ਹੈ ਸਾਡੀ, ਆਪਣੀ ਜ਼ੁਬਾਨ ਨਾਲ ਨਾਮ ਜਪਿਆ, ਹਿਰਦੇ 'ਚ ਵਸਾਇਆ। ਹਿਰਦਾ ਸੀ ਛਾਬਾ, ਹਿਰਦਾ ਸੀ ਤਕੜੀ ਦੀਆਂ ਕੌਲੀਆਂ, ਜਿਹ 'ਚ ਨਾਮ ਰੱਖਿਆ। ਕਹਿੰਦੇ ਅਜਾਚੀ, ਜੋ ਪਰਮਾਤਮਾ ਤੋਂ ਮੰਗਿਆ ਹੈ, ਜਿਹਦੇ ਨਾਮ ਜਪਿਆ, ਰੱਬ ਦਾ ਪਿਆਰਾ ਹੋ ਗਿਆ, ਉਹ ਜਾਤ ਪਾਤ ਤੋਂ ਉੱਚਾ ਹੋ ਜਾਂਦਾ। ਆਖੋ ਸਤਨਾਮ। ਸੰਤ ਤੇ ਰੱਬ ਦੇ ਪਿਆਰਿਆਂ ਦੀ ਕਦੇ ਕੋਈ ਜਾਤ ਨਹੀਂ ਹੁੰਦੀ। ਜਿਹੜੇ ਫਕੀਰ ਹੁੰਦੇ ਆ ਨਾ, ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਸਾਡੀ ਜਾਤ ਕਿਹੜੀ ਹੈ। ਕਹਿੰਦੇ ਸਾਡੀ ਜਾਤ ਸਿਰਫ ਮਨੁੱਖਾ ਸਰੀਰ ਹੈ, ਸਾਡੀ ਜਾਤ ਇਹੀ ਹੈ। ਇੱਕ ਪਾਸੇ ਬਿੱਲੀ ਰੱਖ ਦਿਓ, ਦੂਜੇ ਪਾਸੇ ਕੁੱਤਾ ਬਿਠਾ ਦਿਓ, ਇੱਕ ਪਾਸੇ ਬੰਦਾ ਬਿਠਾ ਦਿਓ, ਹੁਣ ਪੁੱਛੋ ਜਾਤ ਕੀ ਹੈ? ਕਹਿੰਦੇ ਇਹਦੀ ਜਾਤ ਬਿੱਲੀ ਹੈ, ਇਹਦੀ ਜਾਤ ਕੁੱਤਾ ਹੈ, ਤੇ ਮੇਰੀ ਜਾਤ ਮਨੁੱਖਾ ਹੈ। ਹੁਣ ਬਿੱਲੀ ਕਹਿੰਦੀ ਹੈ ਜੀ ਮੇਰਾ ਫਲਾਣਾ ਗੋਤ ਹੈ, ਸੁਣਿਆ ਕਦੇ? ਕੋਈ ਬਿੱਲੀ ਆਖਦੀ ਹੋਵੇ ਮੇਰਾ ਆਹ ਗੋਤ ਆ, ਅਸੀਂ ਫਲਾਣੀਆਂ ਬਿੱਲੀਆਂ ਹੁੰਦੀਆਂ? ਨਹੀਂ, ਬਿੱਲੀਆਂ ਬਿੱਲੀਆਂ ਹੀ ਨੇ। ਉਹ 'ਚ ਬਰੀਡਾਂ ਅਲੱਗ-ਅਲੱਗ ਹੋ ਸਕਦੀਆਂ ਨੇ, ਜਿਵੇਂ ਕੋਈ ਚਾਈਨੀਜ਼ ਹੈ, ਕੋਈ ਯੂਰਪੀਅਨ ਹੈ, ਬੰਦਿਆਂ 'ਚ ਵੀ ਹੈ, ਤੇ ਪਰ ਜਾਤ ਦੇ ਮਨੁੱਖਾ ਨਾ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਕਹਿੰਦੇ ਭਾਈ ਅਸੀਂ ਨਾਮ ਪਰਮੇਸ਼ਰ ਦਾ ਤੋਲਿਆ। ਤੋਲਿਆ ਕਾ ਚਾਹੇ ਹਿਰਦੇ ਦੇ ਵਿੱਚ, ਘੱਟ ਦੇ ਵਿੱਚ, ਮਨ ਦੇ ਵਿੱਚ। ਕਹਿੰਦੇ ਫਿਰ ਇਹ ਤਕੜੀ ਬੜੀ ਸੁਹਾਵਣੀ ਹੋਈ ਹੈ। ਇੱਕੋ ਹਾਟ ਸਾਹੋ ਸਬਣਾ ਸਿਰ, ਵੰਜਾਰੇ ਇੱਕ ਭਾਤੀ। ਕਹਿੰਦੇ ਇੱਕੋ ਹਾਟ, ਇੱਕ ਦੁਕਾਨ ਹੈ, ਬਣਜਾਰੇ ਸਾਰੇ ਤਰ੍ਹਾਂ ਦੇ ਨੇ, ਪਰ ਇੱਕ ਹਾਟੇ ਉੱਤੇ ਆਉਂਦੇ ਆ। ਕਹਿੰਦੇ ਉਹ ਪਰਮਾਤਮਾ ਤੋਲ ਤੋਲ ਕੇ ਦਿੰਦਾ। ਭਾਵ ਕੀ ਦੱਸਿਆ ਗੁਰੂ ਸਾਹਿਬ ਨੇ? ਵੀ ਪਰਮੇਸ਼ਰ ਨੇ ਇੱਕੋ ਤਰ੍ਹਾਂ ਦੀ ਡਾਈ ਬਣਾਈ ਮਨੁੱਖਾ ਸਰੀਰ ਬਣਾਉਣ ਵੇਲੇ। ਸਵਾਲ ਕੀਤਾ ਨਾ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਉਣ ਵਾਟ ਕਾਹੇ ਨਹੀਂ ਆਇਆ। ਜੇ ਤੂੰ ਬ੍ਰਾਹਮਣ ਹੈ, ਮਾਤਾ ਦੇ ਮੂੰਹ ਤੋਂ ਕਿਉਂ ਨਹੀਂ ਜੰਮਿਆ? ਕੁੱਖ ਤੋਂ ਕਿਉਂ ਜੰਮਿਆ? ਉੱਥੋਂ ਤੇ ਸਾਰੀ ਦੁਨੀਆ ਜਨਮ ਲੈਂਦੀ ਹੈ, ਭਾਵੇਂ ਕੋਈ ਛੋਟਾ ਭਾਵੇਂ ਕੋਈ ਵੱਡਾ। ਕਹਿੰਦੀ ਉਸ ਪਰਮਾਤਮਾ ਨੇ ਇੱਕੋ ਹੀ ਰੂਪ ਸਿਰਜਿਆ ਸਾਰਿਆਂ ਦਾ, ਇੱਕੋ ਹੀ ਖੂਨ ਹੈ, ਕਿਡਨੀਆਂ ਸੇਮ ਨੇ, ਸਭ ਕੁਝ ਸੇਮ ਹੈ। ਫਰਕ ਹੈ ਜੀ ਕੁਝ, ਗਰੁੱਪਸ ਦਾ ਫਰਕ ਹੈ। ਉਹ ਤੇ ਇੱਕ ਪਰਿਵਾਰ, ਜੇ ਕੋਈ ਮੰਨ ਲਓ ਆਖੇ ਜੀ ਮੇਰੀ ਫਲਾਣੀ ਜਾਤ ਹੈ, ਇੱਕ ਜਾਤ ਦੇ ਬੰਦੇ ਇਕੱਠੇ ਕਰ ਲਓ, ਲੈ ਬਲੱਡ ਗਰੁੱਪ ਉਹਨਾਂ ਦਾ ਨਹੀਂ ਮੈਚ ਕਰਦਾ, ਜਾਤਾਂ ਨਾਲ ਕੀ ਕਰੋਗੇ ਤੁਸੀਂ? ਸਤਿਗੁਰ ਆਖਦੇ ਕਹਿੰਦੇ ਇੱਕ ਪਰਮਾਤਮਾ ਨੇ ਬਣਾਇਆ, ਸਾਰੇ ਬਣਜਾਰੇ ਬਣਾਤੇ। ਬਣਜਾਰੇ ਕੌਣ ਨੇ? ਜਿਵੇਂ ਉਹ ਗਲੀ ਗਲੀ ਫਿਰਦੇ ਹੁੰਦੇ ਆ ਨਾ, ਕੋਈ ਕਹਿੰਦਾ ਵੰਗਾਂ ਚੜ੍ਹਾ ਲਓ, ਕੋਈ ਕਹਿੰਦਾ ਸਮਾਨ ਲੈ ਲਓ, ਫਲਾਣੀ ਚੀਜ਼ ਲੈ ਲਓ। ਕਹਿੰਦੇ ਬਣਜਾਰੇ ਬਣ ਕੇ ਰੱਬ ਦਾ ਨਾਮ ਵੇਚਦੇ ਫਿਰਦੇ, ਰੌਲਾ ਪਾਉਂਦੇ ਫਿਰਦੇ ਆ। ਪਰ ਇੱਥੇ ਨਾ ਕੋਈ ਖੱਤਰੀ, ਨਾ ਕੋਈ ਬ੍ਰਾਹਮਣ, ਨਾ ਕੋਈ ਜੱਟ, ਨਾ ਕੋਈ ਸ਼ੂਦਰ। ਗੁਰੂ ਸਾਹਿਬ ਕਹਿੰਦੇ ਸਭ ਇੱਕੋ ਭਾਤੀ, ਇੱਕ ਤਰ੍ਹਾਂ ਦੇ ਹਨ ਸਾਰੇ। ਸਾਡੀ ਜਾਤ ਮਨੁੱਖਤਾ ਹੈ। ਕਹਿੰਦੀ ਰਾਜਾ ਸੁਣ ਕੇ ਸ਼ਰਮਿੰਦਾ ਹੋ ਗਿਆ, ਮੈਂ ਤੇ ਲਿਖੀ ਫਿਰਦਾ ਬੇਦੀ ਨੇ, ਇਹ ਤੇ ਖੱਤਰੀ ਨੇ। ਗੁਰੂ ਸਾਹਿਬ ਨੇ ਖੰਡਨ ਕਰ ਦਿੱਤਾ, ਨਾ ਕੋਈ ਬ੍ਰਾਹਮਣ, ਨਾ ਕੋਈ ਖੱਤਰੀ, ਨਾ ਕੋਈ ਮਜ਼੍ਹਬੀ। ਭਾਈ ਉਸ ਬਣਜਾਰੇ ਪਰਮਾਤਮਾ ਨੇ ਸਭ ਕੁਝ ਇੱਕ ਬਣਾਇਆ, ਇੱਕੋ ਤਕੜੀ ਵਿੱਚ ਤੋਲਿਆ ਏ। ਛੋਪਈ ਤਦਪਨ ਨਿਸ਼ਚਾ ਭੂਪਤ ਆਵਾ, ਮਨ ਕੇ ਵਿਖੇ ਅਦਕ ਕਲਾਵਾ। ਜਦੋਂ ਸਤਿਗੁਰਾਂ ਦੇ ਬਚਨ ਸੁਣ ਕੇ ਅੰਦਰ ਦੀ ਤਸੱਲੀ ਨਾ ਹੋਈ ਵੀ ਇਹਨਾਂ ਸਾਧੂਆਂ ਨੂੰ ਮੈਂ ਜੋ ਪੁੱਛਦਾ ਗੱਲ ਘੁਮਾ ਫਰਾ ਕੇ ਕਰਦੇ ਆ, ਹੁਣ ਉਹਦੀ ਇੰਨੀ ਅਵਸਥਾ ਨਹੀਂ, ਉਹਨੂੰ ਲੱਗਦਾ ਘੁਮਾ ਫਰਾ ਕੇ। ਤੁਸੀਂ ਨਾ ਕਿਸੇ ਘੱਟ ਪੜੇ ਬੰਦੇ ਸਾਹਮਣੇ ਸਿਆਣੀ ਗੱਲ ਕਰਦੇ ਹੋ, ਉਹ ਕਹਿੰਦਾ ਜੱਬਲੀਆਂ ਬੰਦ ਕਰ ਆਪਣੀਆਂ, ਮੈਨੂੰ ਤੇਰਾ ਕੁਝ ਵੀ ਸਮਝ ਨਹੀਂ ਆਉਂਦਾ, ਬਹੁਤੀ ਅੰਗਰੇਜ਼ੀ ਨਾ ਘੋਟ ਮੇਰੇ ਕੋਲ, ਤੂੰ ਜੋ ਬੋਲਦਾ ਮੈਨੂੰ ਨਹੀਂ ਪਤਾ ਕੀ ਹੈ। ਅਵਸਥਾ ਦੀ ਉੱਪਰ ਦੀ ਗੱਲ ਹੈ ਨਾ। ਹੁਣ ਨਰਸਰੀ ਵਾਲੇ ਬੱਚੇ ਕੋਲ ਬਹਿ ਕੇ 10ਵੀਂ ਦੀਆਂ ਗੱਲਾਂ ਕਰੋ, 10ਵੀਂ ਵਾਲੇ ਕੋਲ ਬਹਿ ਕੇ PGDCA ਦੀਆਂ ਗੱਲਾਂ ਕਰੀ ਜਾਓ, ਕੀ ਕਰੋਗੇ? ਆਊ ਸਮਝ? ਬਿਲਕੁਲ ਨਹੀਂ। ਹਾਂ, ਬਰਾਬਰ ਦਾ ਹੋਵੇ ਕੋਈ, ਜੇ ਕੋਈ 12ਵੀਂ ਵਾਲਾ ਹੈ ਤੇ 12ਵੀਂ ਦੀ ਗੱਲ ਕਰੋ, ਸਮਝ ਜਾਂਦਾ ਹੈ। BA ਵਾਲੇ ਕੋ BA ਦੀ ਗੱਲ ਕਰੋ, ਬੜਾ ਖੁਸ਼ ਹੁੰਦਾ ਹੈ। ਲਾਅ ਵਾਲੇ ਕੋ ਲਾਅ ਦੀ ਗੱਲ ਕਰੋ, ਕਹਿੰਦਾ ਹਾਂ ਹਾਂ ਮੈਨੂੰ ਸਮਝ ਆਈ, ਤੂੰ ਕਿੱਥੇ ਬੋਲਦਾ, ਮੈਂ ਜਾਣ ਗਿਆ ਗੱਲ। ਹੁਣ ਇੱਥੇ ਜਦੋਂ ਸਤਿਗੁਰਾਂ ਨੇ ਬਚਨ ਆਖੇ, ਰਾਜਾ ਸ਼ਿਵ ਨਾਲ ਬੇਸ਼ੱਕ ਅਵਸਥਾ ਤੇ ਜੁੜਿਆ, ਪਰ ਰੱਬ ਵਰਗੀ ਅਵਸਥਾ ਥੋੜੀ ਉਹਦੀ। ਕਹਿੰਦੇ ਮਨ ਕਰਕੇ ਵਿਆਕੁਲ ਹੋ ਗਿਆ, ਉਹ ਰੱਬਾ ਮੇਰਾ ਭੇਦ ਦੇ ਦੇ, ਆਪਣਾ ਦੱਸਦਾ ਕਿਉਂ ਨਹੀਂ? ਹੁਣ ਜ਼ੁਬਾਨੋਂ ਕੁਝ ਬੋਲਿਆ ਹੀ ਨਾ। ਨਿਰਣੈ ਕਰ ਨਹਿ ਜਾਤ ਬਤਾਵੇਂ, ਨਹਿ ਨਿਜ ਆਨੰਦ ਨਾਮ ਅਲਾਵੇਂ। ਅੰਦਰੋਂ ਬੜਾ ਦੁਖੀ ਹੋਇਆ ਵੀ ਰੱਬਾ ਮੇਰਿਆ, ਉਹ ਪਿਆਰਿਆ, ਤੂੰ ਮੈਨੂੰ ਹੋਰ ਉਲਝਾਤਾ।
ਮੈਂ ਤੇ ਇਹ ਵੇਖਣਾ ਸੀ ਤੇਰੀ ਜਾਤ ਕੀ, ਤੇਰਾ ਧਰਮ ਕੀ, ਮੱਥਾ ਟੇਕਾਂ ਤੈਨੂੰ ਫਟਾਫਟ ਵੀ ਬਾਬਾ ਨਾਨਕ ਜੀ ਆ ਗਏ। ਤੁਸੀਂ ਮੈਨੂੰ ਆਪ ਹੀ ਉਲਝਾਈ। ਜਿਹਨੂੰ ਰੱਬ ਉਲਝਾਵੇ ਨਾ ਉਹ ਕਦੇ ਸੁਲਝ ਨਹੀਂ ਸਕਦਾ। ਜਿਹਨੂੰ ਰੱਬ ਹਿਲਾ ਦੇ ਨਾ ਸਿੱਧਾ ਤੁਰ ਸਕਦਾ ਕਦੇ। ਤੇ ਜਿਹਨੂੰ ਪਰਮਾਤਮਾ ਆਪਣੇ ਘਰ ਤੋਂ ਦੂਰ ਕਰਦੇ ਉਹਨੂੰ ਲੱਖਾਂ ਲੋਕ ਜੋੜਨ ਵਾਲੇ ਮਿਲ ਜਾਣ, ਜੋੜ ਹੀ ਨਹੀਂ ਸਕਦਾ ਕਦੇ। ਕਹਿੰਦਾ ਪਾਤਸ਼ਾਹ ਜੀ ਉਲਝਾਓ ਨਾ ਮੈਨੂੰ, ਮੈਂ ਤੇ ਹੋਰ ਉਲਝ ਗਿਆ। ਪੁੱਛਣਾ ਸੀ ਤੁਹਾਡੀ ਜਾਤ ਕੀ ਹੈ, ਤੁਸੀਂ ਪਹਿਲਾਂ ਕਦੇ ਯੋਗੀਆਂ ਦੀ ਗੱਲ, ਕਦੇ ਬ੍ਰਾਹਮਣਾਂ ਦੀ ਗੱਲ, ਕਦੇ ਕਿਸੇ ਦੀ ਗੱਲ। ਮੇਰੀ ਸਮਝ ਤੋਂ ਬਾਹਰ ਹੈ ਵੀ ਮੈਂ ਤੁਹਾਨੂੰ ਰੱਬ ਮੰਨਾਂ ਤੇ ਮੰਨਾਂ ਕਿਵੇਂ। ਗੁਰੂ ਸਾਹਿਬ ਰੱਬ ਮਨਾਉਣ ਥੋੜੀ ਆਏ ਆ ਵੀ ਤੂੰ ਸਾਨੂੰ ਰੱਬ ਕਹਿ। ਉਹ ਤੇ ਮਨਸੁਖ ਸ਼ਾਹੂਕਾਰ ਨੇ ਕਹਿਤਾ ਵੀ ਰੱਬ ਇੱਕ ਦਿਨ ਤੇਰਾ ਪਿਆਰ ਸਮਝ ਕੇ ਆਊਗਾ, ਪਰ ਪਰਖ ਲਈ। ਪਰਖਿਆ ਵੀ ਬੜਾ। ਇੱਥੇ ਕਿੰਨੇ ਆਏ ਜੀ ਨਾਨਕ ਬਣ ਕੇ, ਤੁਸੀਂ ਪਿਛਲੇ ਦਿਨਾਂ 'ਚ ਸੁਣਦੇ ਆਏ ਹੋ। ਸੈਂਕੜੇ ਲੋਕ ਆਏ ਨਾਨਕ ਬਣ ਕੇ, ਫਿਰ ਔਰਤਾਂ ਜਾਂਦੀਆਂ ਰਾਤ ਨੂੰ ਡੁੱਬ ਜਾਂਦੇ ਸੀ ਵਿਕਾਰਾਂ 'ਚ। ਇੱਕੋ ਹੀ ਆਏ ਨੇ ਜਿਹੜੇ ਹੁਣ ਤੱਕ ਡੋਲੇ ਨਹੀਂ, ਜਿਨ੍ਹਾਂ ਨੇ ਡੋਲਣ ਵਾਲਿਆਂ ਨੂੰ ਅੰਦਰੋਂ ਸ਼ਾਂਤ ਕਰ ਦਿੱਤਾ। ਫਿਰ ਰਾਜਾ ਕਨਫਿਊਜ਼ ਜਾ ਹੋ ਕੇ ਨਾ ਅੰਦਰੋਂ ਘਬਰਾਇਆ ਵੀ ਮੈਂ ਅਜੇ ਵੀ ਸਿਆਣਪ ਕਰਦਾ। ਗੁਰੂ ਸਾਹਿਬ ਕਿਉਂ ਚੋਟ ਮਾਰਦੇ ਆ ਵੀ ਰਾਜਿਆ ਭਗਤੀ ਵੀ ਕਰਦਾ ਤੇ ਸਿਆਣਪਾਂ ਵੀ ਕਰਦਾ। ਆਖੋ ਸਤਨਾਮ। ਆਹ ਕਿੱਥੇ ਚੱਲਦੀਆਂ ਰੱਬ ਨਾਲ। ਬਾਣੀ ਆਪਾਂ ਰੋਜ਼ ਪੜ੍ਹਦੇ ਆ, ਅਜੇ ਤੱਕ ਸਾਨੂੰ ਸਮਝ ਹੀ ਨਹੀਂ ਆਈ। ਜਿਹਨੂੰ ਮਰਜ਼ੀ ਪੁੱਛੋ, ਹਾਂਜੀ ਜਪਜੀ ਸਾਹਿਬ ਪੜ੍ਹਦਾ। ਕਦੇ ਪੜ੍ਹਿਆ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਫਿਰ ਅਗਲਾ ਵਚਨ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਵੀ ਝੂਠ ਦੀ ਅੰਦਰ ਕੰਧ ਕਿੱਦਾਂ ਟੁੱਟੂਗੀ। ਮਹਾਰਾਜ ਕਹਿੰਦੇ ਜਦੋਂ ਤੱਕ ਸਿਆਣਪਾਂ ਕਰੇਗਾ ਕਿੱਥੋਂ ਟੁੱਟ ਜੂਗੀ। ਇਹ ਸਾਰਾ ਕੁਝ ਪੜ੍ਹਨ ਵਾਲਾ ਵੀ ਕਹਿੰਦਾ ਲੈ ਸਾਡੇ ਵਰਗਾ ਕੌਣ ਹੈ, ਅਸੀਂ ਤੇ ਬਹੁਤ ਚੰਗੇ ਆ ਜੀ, ਅਸੀਂ ਤੇ ਗੁਰੂ ਘਰ ਜਾਂਦੇ, ਸਾਡੇ ਕਰਮ ਵੱਡੇ। ਉਹ ਆਪ ਹੀ ਮਾਣ ਕਰਦਾ ਫਿਰਦਾ। ਗੁਰੂ ਸਾਹਿਬ ਕਹਿੰਦੇ ਚਤਰਾਈਆਂ ਤੇਰੀਆਂ ਕਿੱਥੋਂ ਚੱਲਣਗੀਆਂ, ਮੰਨਿਆ ਹੀ ਨਹੀਂ ਕਦੇ, ਪੜ੍ਹਿਆ ਜ਼ਰੂਰ ਹੈ। ਰਾਜਾ ਉਸ ਵੇਲੇ ਡੋਲ ਗਿਆ ਅੰਦਰੋਂ ਵੀ ਮੈਂ ਇਹਨਾਂ ਨੂੰ ਕੀ ਆਖਾਂ, ਬੜੀਆਂ ਗਹਿਰੀਆਂ ਗੰਭੀਰ ਗੱਲਾਂ ਕਰਦੇ ਨੇ। ਦੋਹਰ ਸਾਧ ਗ੍ਰਸਤੀ ਜਗਤ ਮੈਂ ਔਰ ਸੁਮੁਖੀ ਸੰਤ ਉਭੈ ਮਦ ਤੁਮ ਕੌਣ ਹੋ ਕਹੋ ਸੰਤ ਜੀ ਮੰਤ। ਥੋੜੀ ਦੇਰ ਬਾਅਦ ਰਾਜਾ ਸੋਚ ਸਮਝ ਕੇ ਬੋਲਿਆ, ਕਹਿੰਦਾ ਜੀ ਸਾਧ ਦੁਨੀਆ ਤੇ ਬਹੁਤ ਤਰ੍ਹਾਂ ਦੇ ਹੁੰਦੇ ਆ, ਇੱਕ ਗ੍ਰਸਤੀ ਸਾਧੂ ਵੀ ਹੁੰਦੇ ਆ। ਘਰ ਵਾਲੀ ਨਾਲ ਨਾ ਬਣੇ ਪਾਇਆ ਝੋਲਾ, ਕਹਿੰਦੇ ਮੈਂ ਸਾਧੂ ਹੋ ਗਿਆ, ਬੜੇ ਤੁਰੇ ਫਿਰਦੇ ਇੱਥੇ। ਇੱਕ ਉਹ ਨੇ ਜਿਨ੍ਹਾਂ ਨੇ ਸਭ ਕੁਝ ਤਿਆਗ ਦਿੱਤਾ, ਧੀ ਪੁੱਤ ਛੱਡ ਦਿੱਤੇ, ਸਿਰਫ ਰੱਬ ਦੀ ਸਾਦਗੀ 'ਚ ਤੁਰੇ ਫਿਰਦੇ ਆ। ਕਹਿੰਦਾ ਬੜੇ ਤਰ੍ਹਾਂ ਦੇ ਮੈਂ ਸੰਤ ਵੇਖੇ, ਤਰ੍ਹਾਂ ਤਰ੍ਹਾਂ ਦੇ ਆਉਂਦੇ ਨੇ। ਬਾਣੀ ਵੀ ਲਿਖਦੀ ਹੈ ਸੰਤ ਸਮੂਹ ਅਨੇਕ ਮਤੀ ਕੇ। ਸੰਤ ਇੱਕ ਤਰ੍ਹਾਂ ਦੇ ਨਹੀਂ, ਸਾਧੂ ਇੱਕ ਤਰ੍ਹਾਂ ਦੇ ਨਹੀਂ, ਹਜ਼ਾਰਾਂ ਕਿਸਮਾਂ ਦੇ ਨੇ, ਆਪਣਾ ਆਪਣਾ ਸੁਭਾਅ ਸਾਰਿਆਂ ਦਾ। ਗੁਰੂ ਸਾਹਿਬ ਨੂੰ ਕਹਿੰਦਾ ਜੀ ਮੈਨੂੰ ਕਿਰਪਾ ਕਰਕੇ ਦੱਸ ਦਿਓ ਵੀ ਤੁਸੀਂ ਗ੍ਰਸਤੀ ਹੋ, ਬਾਣਪ੍ਰਸਤ ਹੋ ਜਾਂ ਸੰਨਿਆਸੀ ਹੋ। ਤਿੰਨ ਜਣੇ ਇਕੱਠੇ ਹੋ, ਕਿਉਂਕਿ ਇਹ ਨਿਸ਼ਾਨੀਆਂ ਦੱਸੀਆਂ ਸੀ ਭਾਈ ਮਨਸੁਖ ਸ਼ਾਹੂਕਾਰ ਨੇ। ਮੇਰਾ ਸਤਿਗੁਰ ਗ੍ਰਸਤੀ ਹੈ, ਉਹ ਗ੍ਰਸਤ ਵਿੱਚ ਰਹਿ ਕੇ ਵੀ ਬੇਪਰਵਾਹ ਤੇ ਅਡੋਲ ਰਹਿੰਦਾ ਹੈ, ਡੋਲਦਾ ਨਹੀਂ ਹੈ। ਰਾਜਾ ਕਹਿੰਦਾ ਤੁਸੀਂ ਮੈਨੂੰ ਕਿਰਪਾ ਕਰਕੇ ਦੱਸੋ ਉਦਾਸੀ ਹੋ ਜਾਂ ਤੁਸੀਂ ਗ੍ਰਸਤੀ ਹੋ। ਦੋਵੇਂ ਸਿਰੇ ਸਤਿਗੁਰੂ ਨਬੀੜੇ ਸੋ ਬੂਝੈ ਜਿਸ ਇਕ ਲਿਬ ਲਾਗੀ। ਸਤਿਗੁਰ ਕਹਿੰਦੇ ਦੋਵੇਂ ਸਿਰੇ ਸਤਿਗੁਰੂ ਨਬੇੜੇ ਸੋ ਬੂਝੈ ਜਿਸ ਏਕ ਬੁਝਾਤੀ। ਕਹਿੰਦੇ ਦੋ ਸਿਰੇ ਕਿਹੜੇ ਆ, ਜੰਮਣਾ ਤੇ ਮਰਨਾ, ਉਦਾਸੀ ਤੇ ਗ੍ਰਸਤੀ। ਕਹਿੰਦੇ ਇਹ ਤੇ ਸਾਡੇ ਸਤਿਗੁਰੂ ਪਰਮਾਤਮਾ ਨੇ ਨਿਮੇੜ ਹੀ ਦਿੱਤੇ। ਨਾ ਅਸੀਂ ਕੁਆਰੇ ਆ, ਨਾ ਅਸੀਂ ਵਿਆਹੇ ਆ, ਨਾ ਅਸੀਂ ਗ੍ਰਸਤੀਆਂ, ਨਾ ਅਸੀਂ ਸਾਧ। ਕਹਿੰਦੇ ਜਾਣਦਾ ਸਿਰਫ ਉਹੀ ਹੈ ਜਿਹਨੂੰ ਉਹ ਆਪ ਜਣਾਉਂਦਾ। ਆਖੋ ਸਤਨਾਮ। ਕੋਈ ਦੁਨੀਆ 'ਚ ਰੱਬ ਨੂੰ ਜਾਣ ਸਕਦਾ ਜੀ, ਉਹੀ ਜਾਣ ਸਕਦਾ ਜਿਹਨੂੰ ਉਹ ਆਪਣੇ ਨੇੜੇ ਕਰ ਲਏ। ਨੇੜੇ ਕਿਵੇਂ ਕਰੂਗਾ? ਮਿਹਨਤ ਕਰਕੇ ਹੋਣਾ ਪੈਣਾ ਹੈ, ਮੁਸ਼ੱਕਤ ਕਰਨੀ ਪੈਣੀ ਹੈ, ਸੇਵਾ ਸਿਮਰਨ ਕਰਨਾ ਪੈਣਾ, ਨਿਮਰਤਾ ਰੱਖਣੀ ਪੈਣੀ ਹੈ। ਤਾਂ ਹੀ ਕਿਹਾ ਨਾ ਵੀ ਗੁਰੂ ਦੀ ਕਿਰਪਾ ਬਿਨਾਂ ਕੁਝ ਨਹੀਂ ਹੁੰਦਾ। ਹੁਣ ਕਿਰਪਾ ਰਜਾਈ 'ਚ ਪਏ ਤੇ ਹੋਣੀ ਨਹੀਂ, ਘਰੇ ਸੁੱਤੇ ਪਏ ਤਾਂ ਹੋਣੀ ਨਹੀਂ। ਕਿਰਪਾ ਕਰਾਉਣ ਲਈ, ਕਿਰਪਾ ਖੱਟਣ ਲਈ ਗੁਰੂ ਘਰ ਆਉਣਾ ਪੈਣਾ, ਸੰਗਤ ਵਿੱਚ ਬਹਿਣਾ ਪੈਣਾ, ਨਿਮਰਤਾ ਰੱਖਣੀ ਪੈਣੀ, ਚੰਗੇ ਗੁਣ ਧਾਰਨ ਕਰਨੇ ਪੈਣੇ। ਮਰਦ ਕਹਿੰਦੇ ਜਿਹਨੂੰ ਉਹ ਬੁਝਾਵੇ ਉਹੀ ਜਾਣਦਾ ਏ। ਬੜੇ ਤੁਰੇ ਫਿਰਦੇ ਸਾਧੂ ਇੱਥੇ, ਜਿਹਨੂੰ ਮਰਜ਼ੀ ਪੁੱਛੋ ਟਿਕਾ ਹੈ ਕਿਸੇ ਨੂੰ। ਮਾੜਾ ਜਿਹਾ ਵਿਪਤਾ ਪੈ ਜੇ, ਵਕਤ ਪੈ ਜੇ, ਵੱਡੇ ਵੱਡੇ ਸਾਧ ਭੱਜੇ ਜਾਂਦੇ ਆ। ਕਰੋਨਾ ਕਾਲ ਦੇ ਵਿੱਚ ਲੱਭਿਆ ਜੀ ਕੋਈ? ਮੈਨੂੰ ਤਾਂ ਲੱਭਿਆ ਨਹੀਂ ਕੋਈ। ਵੱਡੇ ਵੱਡੇ ਬ੍ਰਹਮ ਗਿਆਨੀ ਕਹਾਉਂਦੇ ਸੀ ਸਭ ਤੋਂ ਪਹਿਲਾਂ ਦਰਵਾਜ਼ੇ ਉਹਨਾਂ ਦੇ ਲੱਗੇ ਹੋਏ ਸੀ ਗੇਟ, ਵੀ ਵੇਖੀ ਕੋਈ ਰੋਟੀ ਖਾਣ ਆ ਗਿਆ ਨਾ ਟੰਗ ਜੇ। ਆਖੋ ਸਤਨਾਮ। ਵੀ ਤੂੰ ਤੇ ਰੱਬ ਦੀਆਂ ਗੱਲਾਂ ਕਰਦਾ, ਤੂੰ ਤੇ ਬੇਪਰਵਾਹ ਏ। ਉਹ ਤੇ ਕਹਿੰਦੇ ਡਰਦਾ ਹੀ ਨਹੀਂ ਹੁੰਦਾ ਬ੍ਰਹਮ ਗਿਆਨੀ। ਤੈਨੂੰ ਕਾਹਦਾ ਵਕਤ ਪਿਆ ਮੰਜੇ ਤੇ ਬੈਠਾ ਵੀ ਡਰਿਆ ਨਾ? ਡਰ ਕਿਹਨੂੰ ਹੈ? ਜਿਹੜਾ ਸੰਸਾਰੀ ਹੈ, ਜੋ ਨਿਰੰਕਾਰੀ ਹੋਏਗਾ ਨਾ
ਉਹਨੂੰ ਕੋਈ ਡਰ ਨਹੀਂ ਹੈ। ਭਗਤ ਪੂਰਨ ਸਿੰਘ ਵਰਗੇ ਮਹਾਂਪੁਰਖ ਜਿਨ੍ਹਾਂ ਦੇ ਨਾਂ ਤੇ ਪਿੰਗਲਵਾੜਾ ਚੱਲਦਾ ਹੈ, ਕਦੇ ਜਾ ਕੇ ਵੇਖੋ ਤੇ ਸਹੀ, ਉੱਥੇ ਜਾ ਕੇ ਪਤਾ ਲੱਗਦਾ ਸਾਧੂ ਕੌਣ ਹੁੰਦੇ ਆ, ਜੀਵਨ ਕੈਸਾ ਹੁੰਦਾ ਏ। ਉਹ ਕੋੜੀਆਂ ਦੇ ਕੋੜ ਹੱਥਾਂ ਨਾਲ ਸਾਫ਼ ਕਰਨੇ, ਗੰਦਗੀ ਆਪ ਚੁੱਕਣੀ, ਕਦੇ ਮੱਥੇ ਵੱਟ ਨਹੀਂ ਪਾਇਆ। ਇਸੇ ਮਹਾਂਪੁਰਖ ਵਰਗਾ ਮਿਲੂ ਕਿਤੇ। ਰੋਗੀਆਂ ਦੇ ਐਸੇ ਰੋਗ ਸੀ ਜਿਹੜੇ ਲਾ ਇਲਾਜ ਸੀ, ਲੱਗ ਜਾਂਦੇ ਸੀ, ਉਹ ਆਪਣੇ ਹੱਥੀਂ ਸੇਵਾ ਕਰਦੇ ਰਹੇ ਆ। ਗਰੀਬ ਨਵਾਜ ਕਹਿੰਦੇ ਜਿਹਨੂੰ ਪਰਮਾਤਮਾ ਜਣਾਵੇ ਉਹੀ ਉਹਦੀ ਸਾਰ ਜਾਣ ਸਕਦਾ ਹੈ। ਇੱਥੇ ਤੇ ਸਾਰੀ ਜ਼ਿੰਦਗੀ ਗਵਾਂਢੀ ਦਾ ਨਹੀਂ ਪਤਾ ਲੱਗਦਾ ਵੀ ਕੌਣ ਹੈ, ਕੀ ਕਰਦਾ, ਇਹਦਾ ਕੀ ਰਿਸ਼ਤਾ ਸੀ, ਕਿਤੇ ਆਪਣਿਆਂ ਦਾ ਨਹੀਂ ਪਤਾ, ਰੱਬ ਦਾ ਅਸੀਂ ਕਿੱਥੋਂ ਪਤਾ ਕਰਾਂਗੇ। ਰਾਜੇ ਨੇ ਸੁਣਿਆ, ਰਾਜਾ ਹੈਰਾਨ ਹੋ ਗਿਆ ਵੀ ਐਡੀ ਗਹਿਰੀ ਗੱਲ ਏ, ਤੇ ਮੈਂ ਵਾਲੀ ਗੱਲ ਹੀ ਨਹੀਂ ਕਰਦੇ ਕੋਈ, ਨਾ ਮੈਂ ਖੱਤਰੀ, ਨਾ ਮੈਂ ਬੇਦੀ, ਨਾ ਮੈਂ ਵੰਸੀ, ਨਾ ਮੈਂ ਕੋਈ ਹੋਰ। ਕਹਿੰਦੇ ਭਾਈ ਇਹ ਤੇ ਦੋਵੇਂ ਸਿਰੇ ਸਤਿਗੁਰ ਨੇ ਨਿਬੇੜਤੇ, ਜੰਮਣ ਤੇ ਮਰਨ ਦਾ ਖੌਫ ਹੀ ਕੋਈ ਨਹੀਂ, ਨਾ ਜੰਮਣ ਦਾ ਡਰ, ਨਾ ਮਰਨ ਦਾ ਖਿਆਲ ਹੈ ਕੋਈ, ਨਾ ਭੈ ਹੈ ਕੋਈ। ਇਹ ਸਿਰੇ ਸੱਚੇ ਸਤਿਗੁਰੂ ਪਰਮਾਤਮਾ ਨਿਰੰਕਾਰ ਨੇ ਆਪ ਹੀ ਨਿਬੇੜੇ ਹਨ। ਜਿਉ ਰਹਿ ਨਿਬਰਾਤੀ, ਜਿਉ ਰਹਿ ਨਿਬਰਾਤੀ, ਕਹਿੰਦੇ ਜਿਹਦੇ ਜੀ ਨਾਲ, ਹਿਰਦੇ ਨਾਲ ਉਹ ਰਹਿੰਦਾ ਨਾ, ਉਹ ਸਦਾ ਹੀ ਨਿਭਿਆ ਰਹਿੰਦਾ, ਉਹਦੇ ਨਾਲ ਨਿਭਾਉਂਦਾ ਉਹੀ ਹੈ। ਸਿੱਖੀ ਨਿਭਾਉਣ ਵਾਲੇ ਅਸੀਂ ਕੌਣ ਹੈ? ਅਸੀਂ ਕੋਈ? ਜਿਹਦੀ ਸਿੱਖੀ ਕਲਗੀਧਰ ਪਿਤਾ ਆਪ ਨਿਭਾਉਣ, ਨਿਭਾ ਉਹੀ ਸਕਦਾ ਹੈ। ਇੱਥੇ ਤੇ ਉਹ ਵੇਖੇ ਵੱਡੇ ਵੱਡੇ ਲਾਈਵ ਹੋ ਕੇ ਜਿਹੜੇ ਕਥਾ ਕਰਦੇ ਸੀ, ਵਾਲ ਕੱਟੀ ਜਾਂਦੇ, ਕਹਿੰਦੇ ਚੱਕ ਬਾਬਾ ਤੇਰੀ ਸਿੱਖੀ। ਵੇਖਿਆ ਨਹੀਂ ਪਿਛਲੇ ਦਿਨਾਂ 'ਚ? ਫਿਰ ਭੇਡਾਂ ਦਾ ਗੁਰੂ ਜਿਹੋ ਜਿਹਾ ਉਹੋ ਜਿਹੀਆਂ ਭੇਡਾਂ। ਬਿਰਤੀ ਬਦਲਦੀ ਆ ਨਾ ਬੰਦੇ ਦੀ। ਪਰ ਜਿਹਨੂੰ ਗੁਰੂ ਨੇ ਸਿੱਖੀ ਦਿੱਤੀ ਨਾ, ਭਾਈ ਤਾਰੂ ਸਿੰਘ ਦਾ ਇਤਿਹਾਸ ਪੜ੍ਹ ਕੇ ਵੇਖਿਓ, ਸਿਰਫ ਇੰਨਾ ਹੀ ਰੌਲਾ ਸੀ, ਕੇਸ ਕਟਾ ਦੇ, ਕਹਿੰਦਾ ਨਾ ਖੋਪਰਾ ਲੋਹਾ ਲਿਆ। ਹੁਣ ਉਹ ਸਿੱਖਾ ਜਾ ਜਿਹੜੇ ਲਾਈਵ ਹੋ ਕੇ ਵਾਲ ਕੱਟਦੇ ਫਿਰਦੇ ਆ, ਮਸੰਦ ਤੁਰੇ ਫਿਰਦੇ ਆ, ਅਸੀਂ ਇਹਨਾਂ ਨੂੰ ਸਿੱਖ ਸਮਝੀ ਫਿਰਦੇ ਆ। ਇਹਨਾਂ ਦੇ ਜਾਣ ਦਾ ਵੀ ਕੋਈ ਨੁਕਸਾਨ ਨਹੀਂ ਹੁੰਦਾ। ਇਹ ਤੇ ਪਹਿਲਾਂ ਹੀ ਅੰਦਰੋਂ ਮੁਨਕਰ ਸੀ ਗੁਰੂ ਤੋਂ, ਤੇ ਜੇ ਚਲੇ ਵੀ ਜਾਣਗੇ ਤੇ ਕੀ ਰੌਲਾ, ਕੱਚੇ ਆ ਨਾ। ਗੁਰੂ ਸਾਹਿਬ ਕਹਿੰਦੇ ਭਾਈ ਜਿਹਨੂੰ ਰੱਬ ਆਪ ਬਖਸ਼ੇ ਉਹੀ ਨਿਭਾ ਸਕਦਾ ਹੈ। ਸਿੱਖੀ ਮਿਲਣੀ ਕੋਈ ਵੱਡੀ ਗੱਲ ਨਹੀਂ, ਬੜੀ ਦੁਨੀਆ ਸਿੱਖ ਬਣ ਜਾਂਦੀ ਹੈ, ਪਰ ਸਿੱਖ ਤੇ ਉਹੀ ਹੈ ਜਿਹੜਾ ਅੰਤਲੇ ਸਵਾਸ ਤੱਕ ਸਿੱਖੀ ਨਿਭਾਏ, ਪੂਜਿਆ ਉਹ ਜਾਂਦਾ। ਆਖੋ ਸਤਨਾਮ। ਵੇਖਾਂਗੇ ਅੱਜ ਤੂੰ ਗੁਰੂ ਵਾਲਾ ਬਣਿਆ ਕਦ ਤੱਕ ਰਹਿਣਾ। 2-4 ਸਾਲਾਂ ਦਾ ਸਿੱਖ ਤੇ ਨਹੀਂ, 5-7 ਸਾਲਾਂ ਦਾ ਸਿੱਖ ਤੇ ਨਹੀਂ ਨਾ। ਮਰਦ ਕਹਿੰਦੇ ਦੋਵੇਂ ਸਿਰੇ ਉਸ ਪਰਮਾਤਮਾ ਸਤਿਗੁਰ ਨੇ ਨਿਬੇੜ ਦਿੱਤੇ ਆ, ਉਹਨੇ ਜਨਾਬ ਹੀ ਦਿੱਤਾ ਏ, ਤੇ ਅੰਦਰ ਸਾਡੇ ਜੀ ਆਤਮਾ ਨੂੰ ਉਹਨੇ ਨਿਭਰਾਤੀ ਨਿਭਾਉਣ ਜੋਗਾ ਕਰਤਾ। ਅਸੀਂ ਨਿਭਾ ਰਹੇ ਹਾਂ ਉਹਦੇ ਨਾਲ, ਉਸ ਯੋਗੀ ਦੇ ਨਾਲੋਂ ਅਸੀਂ ਟੁੱਟੇ ਨਹੀਂ। ਸ਼ਬਦ ਵਸਾਈ ਭਰਮ ਚੁਕਾਏ, ਸਦਾ ਸੇਵਕ ਦਿਨ ਰਾਤੀ। ਜਦੋਂ ਸੇਵਕ ਨੇ ਸ਼ਬਦ ਗਾਇਆ, ਸ਼ਬਦ ਵਿਚਾਰਿਆ, ਸਤਿਗੁਰ ਕਹਿੰਦੇ ਦਿਨ ਰਾਤੀ। ਦਿਨ ਰਾਤੀ ਕੀ ਹੈ? ਦਿਨ ਰਾਤੀ ਆਰਾਧੋ ਪਿਆਰੇ, ਨਿਮਖ ਨਾ ਕੀਜੋ ਢੀਲਾ। ਕਹਿੰਦੇ ਤੇ ਇੱਕ ਨਿਮਖ ਵੀ ਉਹਨੂੰ ਛੱਡਦੇ ਨਹੀਂ, ਹਰ ਵੇਲੇ ਜਪਦੇ ਆ ਦਿਨ ਰਾਤ। ਤੇ ਸਾਨੂੰ ਸਾਰੀ ਰਾਤ ਸੌਂ ਕੇ ਕਈ ਵਾਰ ਸਵੇਰੇ ਰੱਬ ਵੀ ਯਾਦ ਨਹੀਂ ਆਉਂਦਾ। ਤੇ ਰੱਬ ਦੇ ਪਿਆਰਿਆਂ ਨੂੰ ਕਹਿੰਦੇ ਸੁੱਤਿਆਂ ਵੀ ਸਿਮਰਨ ਚੱਲਦਾ ਹੈ, ਜਾਗਦੇ ਵੀ ਜਪਦੇ ਨੇ, ਕਿਉਂਕਿ ਜਿਹਨੂੰ ਉਹ ਜਪਾਉਂਦਾ ਹੈ ਉਹੀ ਜਪਦਾ ਏ। ਚੌਪਈ ਬਹੁ ਵਿਚਾਰ ਕਰ ਸੋਚਣ ਲੱਗਾ, ਘਟੀ ਬਿਤੈ ਪੁਨ ਕੈ ਵਡ ਭਾਗਾ। ਜਦੋਂ ਕਹਿੰਦੇ ਬਹੁਤ ਕੁਝ ਸੋਚੀ ਗਿਆ, ਵਿਚਾਰੀ ਗਿਆ, ਰਾਜੇ ਨੂੰ ਲੱਗਿਆ ਮਨਾ ਮੇਰਿਆ ਇਹ ਆਪ ਹੀ ਪਰਮਾਤਮਾ ਪਰਮੇਸ਼ਵਰ ਗੁਰੂ ਨਾਨਕ ਸਾਹਿਬ ਨੇ, ਇਹਨਾਂ ਨੇ ਕੋਈ ਗੱਲ ਮੈਂ ਵਾਲੀ ਤੇ ਕੀਤੀ ਉਹ ਨਹੀਂ। ਜਿੰਨੇ ਆਉਂਦੇ ਸੀ ਪਹਿਲਾਂ ਕਹਿੰਦੇ ਮੈਂ ਨਾਨਕ। ਰਾਜਾ ਕਹਿੰਦਾ ਭੇਟਾ, ਕਹਿੰਦਾ ਲਿਆਓ ਲਿਆਓ ਝੋਲਾ ਭਰੋ, ਲਿਆਓ ਸਾਧਾ ਨੂੰ ਦਿਓ, ਸੇਵਾ ਕਰਿਆ ਕਰੋ, ਦਾਨ ਕਰਿਆ ਕਰੋ। ਜਿੰਨੇ ਆਉਂਦੇ ਸੀ ਇਹੀ ਕੰਮ ਕਰਦੇ ਸੀ। ਰਾਜਾ ਫਿਰ ਪਰਖਦਾ ਸੀ ਉਹਨਾਂ ਨੂੰ, ਕਹਿੰਦਾ ਕੋਈ ਨਹੀਂ, ਸੰਤਾਂ ਦੀ ਚੰਗੀ ਸੇਵਾ ਵੀ ਰਾਤ ਨੂੰ ਲੜਕੀਆਂ ਭੇਜ ਦਿਆ ਕਰੇ। ਸਾਰੇ ਬਾਬੇ ਬਸ ਰੰਗ ਰਲੀਆ ਮਨਾਇਆ, ਜੀਵਨ ਤੋਂ ਭ੍ਰਿਸ਼ਟ ਹੋ ਗਏ, ਸਵੇਰੇ ਮੂੰਹ ਵੀ ਨਹੀਂ ਸੀ ਵਿਖਾਉਂਦੇ। ਪਰ ਇੱਕ ਮਿਲਿਆ ਪਰਮਾਤਮਾ ਪਿਆਰਾ ਜਿਹੜਾ ਤਾੜ ਤਾੜ ਕੇ ਮੂੰਹ ਤੇ ਗੱਲਾਂ ਕਰਦਾ ਏ। ਰਾਜਾ ਅੰਦਰੋਂ ਹਿੱਲ ਗਿਆ, ਅੱਖਾਂ 'ਚੋਂ ਹੰਝੂ ਆ ਗਏ। ਕਹਿੰਦਾ ਇਹ ਉਹੀ ਸੱਜਣ ਪਿਆਰਾ ਸਤਿਗੁਰੂ ਹੈ ਜਿਹੜਾ ਇੱਕ ਨਿਰੰਕਾਰ ਦੀ ਗੱਲ ਕਰਦਾ। ਆਖੋ ਸਤਨਾਮ। ਮਨ ਬਣਾਇਆ ਇਹਨਾਂ ਨੂੰ ਮੈਂ ਗੁਰੂ ਧਾਰਨ ਕਰ ਲਾਂ, ਗੁਰੂ ਧਾਰਨ ਕਰ ਲਾਂ। ਉਹਨੇ ਕੁਝ ਗੱਲਾਂ ਪੁੱਛੀਆਂ, ਸੋ ਸਮਾਂ ਸਮਾਪਤ, ਸ਼ਬਦ ਦੀ ਵਿਚਾਰ ਸੰਪੂਰਨ ਹੋਈ। ਕਿਉਂਕਿ ਇਸ ਸ਼ਬਦ ਦੁਆਰਾ ਸਤਿਗੁਰਾਂ ਨੇ ਗੱਲ ਨਿਬੇੜਤੀ ਵੀ ਮੈਂ ਕੌਣਾ ਜੁੜਨ ਵਾਲਾ, ਜਾਂ ਤੂੰ ਗਾਉਣਾ ਹੈ। ਜਿਹਨੂੰ ਉਹ ਜੋੜਦਾ ਉਹੀ ਜੁੜਦਾ ਹੈ। ਜਾਤਾਂ ਪਾਤਾਂ ਕਿਹੜੀਆਂ ਨੇ? ਰੱਬ ਨਾਲ ਜਿਹੜਾ ਜੁੜਿਆ ਜੀ ਉਹ ਜਿਹੜੀ ਮਰਜ਼ੀ ਜਾਤ ਦਾ ਹੋਵੇ। ਭਗਤ ਰਵਿਦਾਸ ਲੋਕੀ ਚਮਾਰ ਕਹਿੰਦੇ ਸੀ ਕਿ ਅੱਜ ਬਾਣੀ 'ਚ ਨਹੀਂ ਪੂਜੇ ਜਾਂਦੇ। ਭਗਤ ਕਬੀਰ ਨੂੰ ਲੋਕ ਜਲਾਹਾ ਕਹਿੰਦੇ ਸੀ, ਜਾਤ ਜਲਾਹਾ ਮਤ ਕਾ ਧੀਰ। ਅੱਜ ਬਾਣੀ 'ਚ ਪੂਜਾ ਨਹੀਂ ਹੈ ਉਹਨਾਂ ਦੀ, ਗੁਰੂ ਸਾਹਿਬ ਦੇ ਬਰਾਬਰ ਹੈ। ਓਏ ਜਾਤਾਂ ਚੂਤਾਂ ਕੁਛ ਨਹੀਂ ਹੁੰਦੀਆਂ। ਜੇ ਵੱਡੀ ਜਾਤ ਵਿੱਚ ਜੰਮ ਕੇ ਵੀ ਕਰਤੂਤਾਂ ਮਾੜੀਆਂ ਤੇ ਲੋਕੀ ਗਾਲਾਂ ਫੇਰ ਕੱਢਦੇ ਆ।
ਇੱਕ ਨੀਚ ਜਾਤ ਵਿੱਚੋਂ ਜੰਮ ਕੇ ਉੱਚੇ ਕਰਮ ਕਰ ਲਏ। ਨੀਚ ਕੁਲਾ ਜੋ ਲਾਹਰਾ ਪ੍ਰਗਟੇ ਗੁਣੀ ਗਹੀਰਾ। ਸਤਿਗੁਰ ਕਹਿੰਦੇ ਆ, ਭਗਤ ਕਹਿੰਦੇ ਅਸੀਂ ਨੀਚ ਕੁਲਾਂ ਚੋਂ ਜੰਮੇ ਆ, ਪਰ ਦੁਨੀਆ ਵਿੱਚ ਅੱਜ ਵੀ ਪੂਜੇ ਜਾਂਦੇ ਆ। ਕਿਉਂ? ਉਹਨਾਂ ਨੇ ਉਹਨੂੰ ਪੂਜਿਆ ਏ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਹਨੇ ਗੁਰੂ ਨਾਨਕ ਸਾਹਿਬ ਦੀ ਪੂਜਾ ਕੀਤੀ ਉਹ ਸਦਾ ਹੀ ਪੂਜਿਆ ਗਿਆ।